हम ना सकत कर सिफत पद तुम्हारी आप लिहो तुम कथा सुधारी। सतनाम श्री वाहिगुरु साहिब जी। दोहरा। श्री गुर पटने पुर बिखै राम स्थान निहार। ਸਾਹਿਬਜ਼ਾਦੇ ਕੋ ਜਨਮ ਹੋਏ ਹੈ ਇਹਾਂ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ। गुरु रूप गुरु खालसा साध संगत जियो। जिनके भाग बड़े हैं भाई दिन साधु संग मुख जुरे। महावाक अनुसार सतगुरु श्री गुरु ग्रंथ साहब जी के चरणों 'ਚ बैठ के गुरबाणी का लाहा प्राप्त कर रहे हो। आओ हुण सतगुरु जी की पावन पवित्र लड़ीवार इतिहास की कथा नाल जुड़ जाइए। पटने साहब की पावन धरती ते महाराज श्री गुरु तेग बहादुर साहब जी परिवार समेत पहुँचे हैं। संगतां ने बेनती की है नवीं हवेली विच आसन लाए हैं और इत्थे बेअंत संगतां नगरां तो पिंडां तो शहरां तो कस्बियां तो मुहल्लियां तो चल चल के आ रही ने। गुरु तेग बहादुर साहब दे चरण परस रही ने। महाराज गंगा दे किनारे ते रोज़ सैर करते हैं और संगतां नूं उपदेश दिंदे हैं। भगती ते सिमरन दे लड़ लांदे हैं। आओ ये पावन कथा प्रेम नाल सरवण करिए। आखिए सतनाम श्री वाहिगुरु साहिब जी। सतनाम श्री वाहिगुरु साहिब जी। दोहरा। श्री गुर पटने पुर बिखै सतगुरु महाराज गुरु तेग बहादुर साहब जी पटना नगर विखे रम्य स्थान निहार। रमणीक स्थान वेख के जो महाराज सच्चे पातशाह जी का तख्त है श्री हरमंदिर जी पटना साहब, ये उस वेले बड़ा रमणीक स्थान हुंदा सी। गंगा का किनारा सी। महाराज ये सुंदर जगह ते विराजे हन। साहिबजादे को जन्म। महाराज विचार कर रहे ने भी साहिबजादे का जन्म इत्थे होना है। होए है यहाँ विचार। इत्थे साहिबजादे ने पाप दुष्ट दमन श्री गुरु गोबिंद सिंह साहब जी ने अवतार धारना है। उन्हां दे जन्म की आमन की खुशी में संगतां भी दर्शन कर रही ने। पटना साहब की धरती ते बड़ियां रौनकां लगियां ने। सवैया संगत आयस शीस निवायो। संगत आके महाराज दे चरनां 'ਚ नमस्कारां करदी है। उपायन पायन पै अर्पणते। आके गुरु चरनां 'ਚ अपनियां प्रेम पिटावां अर्पण करदे हन सिख। भाग बड़े हमारे धन है। सिख कहंदे हन साडे धन भाग हन, साडे बड़े भाग हन, साडे कर्म चंगे हन। निज लोचन ते तुमको दर्शन कि सच्चे पातशाह ਅਸੀਂ ਆਪਣੀਆਂ ਅੱਖਾਂ ਨਾਲ ਆਪ ਦੇ ਦਰਸ਼ਨ ਕਰ ਰਹੇ ਹਾਂ, ਪ੍ਰਤੱਖ ਦਰਸ਼ਨ ਕਰ ਰਹੇ ਹਾਂ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸੇਵਕ ਆਪਨ ਜਾਨ ਦਇਆ ਨਿਧ। ਇਹ ਦਇਆ ਦੇ ਸਮੁੰਦਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਸਾਨੂੰ ਆਪਣਾ ਨਿਮਾਣਾ ਸੇਵਕ ਜਾਣ ਕੇ ਦਰਸ਼ਨ ਦੇਣ ਆਏ ਹੋ। ਆਏ ਨਿਹਾਲ ਕੀਏ ਸੁਖਵੰਤੇ। ਸਾਨੂੰ ਆ ਕੇ ਨਿਹਾਲ ਕਰ ਦਿੱਤਾ ਹੈ, ਤਾਰ ਦਿੱਤਾ ਹੈ ਮਹਾਰਾਜ ਪਟਨੇ ਦੀ ਧਰਤੀ ਨੂੰ। ਸਾਡੇ ਤਪਦੇ ਸੜਦੇ ਬਲਦੇ ਹਿਰਦੇ ਠੰਡੇ ਠਾਰ ਕਰ ਦਿੱਤੇ ਹਨ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਦੀ ਘੜੀ ਧੰਨ ਹੈ, ਇਹ ਸਮਾਂ ਧੰਨ ਹੈ ਜਦੋਂ ਅਸੀਂ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ। ਕੀਜੀਏ ਆਪ ਮਹਾ ਸੁਖ ਆਪੁਰ। ਇਹ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਇਸ ਨਗਰ ਦੇ ਵਿੱਚ ਸੁੱਖ ਨਾਲ ਰਹੋ। ਇਹ ਤੁਹਾਡਾ ਹੀ ਨਗਰ ਹੈ, ਇਹ ਧਰਤੀ ਤੁਹਾਡੀ ਹੈ। ਆਪ ਜੀ ਮਹਾਰਾਜ ਪਹਿਲੇ ਜਾਮੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇੱਥੇ ਚਰਨ ਪਾਏ ਸਨ। ਹੁਣ 9ਵੇਂ ਜਾਮੇ 'ਚ ਆਏ ਹੋ ਸੱਚੇ ਪਾਤਸ਼ਾਹ ਇਤਨੇ ਸਮੇਂ ਬਾਅਦ। ਹੁਣ ਇੱਥੇ ਹੀ ਨਿਵਾਸ ਕਰੋ ਤੇ ਸੁੱਖ ਲਵੋ। ਸੇਵ ਕਰੈ ਹਮ ਜਿਉ ਬਿਦਵੰਤੇ। ਮਹਾਰਾਜ ਜਿਵੇਂ ਆਪ ਜੀ ਸਾਨੂੰ ਦੱਸੋਗੇ ਅਸੀਂ ਸੇਵਾ ਕਰਾਂਗੇ। ਮਹਾਰਾਜ ਵਿਧੀ ਪੂਰਵਕ ਆਪ ਦੀ ਸੇਵਾ ਕਰਾਂਗੇ। ਗੁਰ ਪੂਜਾ ਬਿਧ ਸਹਿਤ ਕਰੰ। ਮਹਾਰਾਜ ਵਿਧੀ ਸਹਿਤ ਭਾਵ ਮਰਜ਼ਾਦਾ ਅਨੁਸਾਰ ਜੋ ਗੁਰੂਆਂ ਮਹਾਂਪੁਰਸ਼ਾਂ ਦੀ ਸੇਵਾ ਦਾ ਤਰੀਕਾ ਹੁੰਦਾ ਉਸ ਤਰੀਕੇ ਨਾਲ ਉਸ ਜੁਗਤੀ ਨਾਲ ਅਸੀਂ ਆਪ ਦੀ ਸੇਵਾ ਕਰੀਏ। ਸਾਡੀ ਇਹੀ ਕਾਮਨਾ ਹੈ। ਨਾਹੇ ਤਾਂ ਦੂਰ ਪੰਜਾਬ ਕੋ ਦੇਸ਼ ਥੋ। ਨਹੀਂ ਤਾਂ ਮਹਾਰਾਜ ਪੰਜਾਬ ਦਾ ਦੇਸ਼ ਬੜੀ ਦੂਰ ਸੀ। ਕਿੱਥੇ ਬਿਹਾਰ ਤੇ ਕਿੱਥੇ ਪੰਜਾਬ।
ਸੱਚੇ ਪਾਤਸ਼ਾਹ ਦਰਸ਼ਨ ਕਰਨ ਲਈ ਜਾਣਾ ਬੜਾ ਮੁਸ਼ਕਲ ਸੀ। ਕੌਣ ਸਕੈ ਤਿਹ ਠਾਨ ਨ ਰਜਾਈ। ਉੱਥੇ ਇੰਨੀ ਦੂਰ ਪੰਜਾਬ ਵਿੱਚ ਆਪ ਦੇ ਦਰਸ਼ਨ ਕਰਨ ਲਈ ਕੌਣ ਜਾ ਸਕਦਾ ਸੀ ਸੱਚੇ ਪਾਤਸ਼ਾਹ ਜੀ। ਹੈ ਪਰਵਾਰ ਜੰਜਾਰ ਮਹਾ। ਇਹ ਮਹਾਰਾਜ ਜੀ, ਇਹ ਆਪ ਜਾਣੀ ਜਾਣੋ, ਪਰਿਵਾਰਾਂ ਦੇ ਜੰਜਾਲ ਬੜੇ ਵੱਡੇ ਹੁੰਦੇ ਹਨ। ਘਰਾਂ ਦੀਆਂ ਜ਼ਿੰਮੇਵਾਰੀਆਂ, ਬਾਲ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਪਾਲਣਾ ਪੋਸ਼ਣਾ, ਤੇ ਸਾਰੀ ਜ਼ਿੰਦਗੀ ਬੰਦੇ ਦੀ ਇਸੇ ਕੰਮ 'ਚ ਲੰਘ ਜਾਂਦੀ ਹੈ। ਜਿਸ ਤੇ ਨਿਕਸਿਓ ਨਹਿ ਜਾਏ ਕਦਾਈ। ਇਹ ਮਹਾਰਾਜ, ਘਰ ਦੇ ਜੰਜਾਲਾਂ 'ਚੋਂ ਨਿਕਲਿਆ ਨਹੀਂ ਜਾਂਦਾ, ਕਦੀ ਵੀ ਨਹੀਂ ਬੰਦਾ ਨਿਕਲ ਸਕਦਾ। ਜਿੰਨਾ ਮਰਜ਼ੀ ਕੋਸ਼ਿਸ਼ ਕਰੇ, ਜਿੰਨਾ ਮਰਜ਼ੀ ਯਤਨ ਕਰੇ, ਘਰ ਦੇ ਜੰਜਾਲ ਬੰਦੇ ਨੂੰ ਛੱਡਦੇ ਨਹੀਂ ਹਨ। ਸੋਬਤ ਦੇ ਤੇ ਉਠਾਏ ਕਿਸੀ ਕੋ। ਮਹਾਰਾਜ ਸਾਡੇ ਨਾਲ ਤਾਂ ਉਹ ਗੱਲ ਬਣੀ ਹੈ ਵੀ ਜਿਵੇਂ ਕੋਈ ਸੁੱਤੇ ਨੂੰ ਉਠਾ ਕੇ ਕੋਈ ਚੀਜ਼ ਦੇਵੇ। ਕੋਈ ਬੰਦਾ ਸੁੱਤਾ ਪਿਆ ਹੋਵੇ ਅਤੇ ਉਹਨੂੰ ਕੋਈ ਆ ਕੇ ਕਹੇ ਆਹ ਲੈ ਸੋਨਾ ਲੈ ਲੈ, ਆਹ ਹੀਰਾ ਲੈ ਲੈ, ਆਹ ਮੋਤੀ ਲੈ ਲੈ। ਸਾਨੂੰ ਤਾਂ ਮਹਾਰਾਜ ਤੁਸੀਂ ਸੁੱਤੇ ਪਿਆ ਨੂੰ ਜਗਾ ਕੇ ਆਪਣੇ ਦਰਸ਼ਨ ਦਿੱਤੇ ਹਨ, ਜਿਹੜੇ ਸੰਸਾਰ ਤੋਂ ਸਭ ਤੋਂ ਦੁਰਲੱਭ ਹਨ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ। ਮਹਾਰਾਜ, ਜਿਹੜੇ ਦਰਸ਼ਨਾਂ ਦਾ ਸੁੱਖ ਹੈ, ਆਪ ਦੇ ਦਰਸ਼ਨਾਂ ਤੋਂ ਜੋ ਆਨੰਦ ਹੈ, ਉਹਦਾ ਕੋਈ ਵਰਣਨ ਨਹੀਂ ਕਰ ਸਕਦਾ। ਸੋ ਹਮਰੀ ਗਤ ਭੀ ਸੁਖਦਾਈ। ਸੱਚੇ ਪਾਤਸ਼ਾਹ, ਸਾਡੀ ਤਾਂ ਉਹ ਹਾਲਤ ਬਣੀ ਹੈ ਵੀ ਸੁੱਤੇ ਪਿਆ ਨੂੰ ਆ ਕੇ ਕੋਈ ਕਵੇ ਵੀ ਆਹ ਲਓ ਦੁਰਲੱਭ ਕੀਮਤੀ ਹੀਰਾ, ਆਹ ਲਓ ਤੁਸੀਂ ਸੋਨਾ ਚਾਂਦੀ, ਰਾਜ ਭਾਗ, ਖਾਣ ਪੀਣ ਦੇ ਪਦਾਰਥ, ਰਿੱਧੀਆਂ ਸਿੱਧੀਆਂ, ਸੁੱਤੇ ਪਿਆ ਨੂੰ ਕੋਈ ਜਗਾ ਕੇ ਦੇ ਦੇਵੇ। ਮਹਾਰਾਜ, ਤੁਸੀਂ ਸਾਨੂੰ ਆਪਣੇ ਦਰਸ਼ਨਾਂ ਦੀ ਸਿੱਧੀ ਦਿੱਤੀ ਹੈ। ਜਦੋਂ ਤੁਹਾਡੇ ਦਰਸ਼ਨ ਹੋ ਜਾਂਦੇ, ਰਿੱਧੀਆਂ ਸਿੱਧੀਆਂ ਦੇ ਆਪੇ ਹੀ ਚਰਨਾਂ 'ਚ ਆ ਜਾਂਦੀਆਂ ਹਨ। ਰੋਜ਼ ਸਰੋਜ ਪਦੰ ਦਰਸੈ। ਅੱਜ ਰੋਜ਼ ਆਪ ਦੇ ਚਰਨ ਕਮਲਾਂ ਵਰਗ ਦੇ ਦਰਸ਼ਨ ਕਰਦੇ ਹਾਂ ਸੱਚੇ ਪਾਤਸ਼ਾਹ। ਘਰ ਕਾਰ ਕਰੈ ਪਇਓ ਲਾਭ ਮਹਾਈ। ਨਾਲੇ ਆਪਣੇ ਘਰਾਂ ਦੇ ਕੰਮ ਵੀ ਕਰੀ ਜਾਂਦੇ ਹਾਂ, ਬੱਚੇ ਵੀ ਪਾਲੀ ਜਾਂਦੇ ਹਾਂ, ਤੇ ਮਹਾਰਾਜ ਆਪ ਦੇ ਦਰਸ਼ਨ ਵੀ ਹੋਈ ਜਾਂਦੇ ਨੇ। ਇਹ ਸਭ ਤੁਹਾਡੀ ਕਿਰਪਾ ਹੈ ਗਰੀਬ ਨਵਾਜ ਸਤਿਗੁਰੂ ਜੀ। ਇਉ ਸਭ ਸੰਗਤ ਭਾਉ ਕਰਿਓ। ਇੱਦਾਂ ਸ੍ਰੀ ਪਟਨਾ ਸਾਹਿਬ ਦੀਆਂ ਹਜ਼ਾਰਾਂ ਸੰਗਤਾਂ ਪ੍ਰੇਮ ਕਰਦੀਆਂ। ਹਿੰਦੂ, ਮੁਸਲਮਾਨ, ਬ੍ਰਾਹਮਣ, ਵੈਸ, ਖੱਤਰੀ, ਸ਼ੂਦਰ ਸਾਰੇ ਹੀ ਮਹਾਰਾਜ ਨੇ ਪ੍ਰੇਮ ਕਰਦੇ ਹਨ। ਅਰਦਾਸ ਕਰੀ ਪੁਨ ਆਪਸ ਮਾਹੀ। ਤੇ ਫਿਰ ਸਾਰੇ ਸਿੱਖਾਂ ਨੇ ਆਪਸ ਵਿੱਚ ਗੁਰਮਤਾ ਕਰਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਸੁੰਦਰ ਮੰਦਰ ਕੋ ਬਨਵਾਏ। ਮਹਾਰਾਜ ਵਾਸਤੇ ਬੜਾ ਸੋਹਣਾ ਮੰਦਰ, ਸੋਹਣਾ ਦਰਬਾਰ ਬਣਾਇਆ ਹੈ। ਤਖਤ ਸ੍ਰੀ ਪਟਨਾ ਸਾਹਿਬ ਵਾਲੀ ਹਵੇਲੀ ਨੂੰ ਸਵਾਰਿਆ ਸ਼ਿੰਗਾਰਿਆ ਹੈ। ਸਭੀ ਰੁੱਤ ਮੇਂ ਸੁਖ ਦਾ ਦੁਖ ਨਾਹੀ। ਐਸਾ ਸੁੰਦਰ ਮਹਾਰਾਜ ਵਾਸਤੇ ਸਥਾਨ ਚੁਣਿਆ ਹੈ ਜਿਹੜਾ ਸਾਰੀਆਂ ਰੁੱਤਾਂ 'ਚ ਸੁੱਖ ਦੇਣ ਵਾਲਾ ਹੋਵੇ। ਗਰਮੀ 'ਚ ਠੰਡਾ ਰਵੇ, ਸਰਦੀ 'ਚ ਨਿੱਘਾ ਰਵੇ, ਬਸੰਤ ਰੁੱਤ ਦੇ ਵਿੱਚ ਵੀ ਉਹਦਾ ਆਨੰਦ ਹੋਵੇ, ਗ੍ਰੀਖਮ ਰੁੱਤ ਵਿੱਚ ਵੀ ਆਨੰਦ ਹੋਵੇ, ਪਾਵਸ ਰੁੱਤ ਵਿੱਚ ਵੀ ਸੁੱਖ ਦੇਵੇ, ਸ਼ਰਦ ਰੁੱਤ ਵਿੱਚ ਵੀ ਸੁੱਖ ਦੇਵੇ, ਹਿਮ ਰੁੱਤ ਵਿੱਚ ਵੀ ਅਤੇ ਸ਼ਿਸ਼ਰ ਰੁੱਤ ਵਿੱਚ ਵੀ। 6 ਰੁੱਤਾਂ ਵਿੱਚ ਜਿਹੜਾ ਮਕਾਨ ਸੁੱਖ ਦਿੰਦਾ ਹੈ, ਐਸਾ ਸੁੰਦਰ ਮਕਾਨ ਸਤਿਗੁਰੂ ਮਹਾਰਾਜ ਵਾਸਤੇ ਚੁਣਿਆ ਹੈ ਸੰਗਤਾਂ ਨੇ। ਕੀਨ ਉਤਾਇਲ ਤਿਆਰੇ ਵਾਸ ਕੋ। ਬੜਾ ਸੋਹਣਾ ਸੁੰਦਰ ਮਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਬੜੀ ਛੇਤੀ ਨਾਲ ਤਿਆਰ ਕੀਤਾ ਹੈ। ਔਰ ਸਮਾਜ ਸਭੈ ਬਿਦ ਜਾਹੀ। ਔਰ ਉਹਦੇ ਵਿੱਚ ਸਾਰੀਆਂ ਸਹੂਲਤਾਂ ਰੱਖੀਆਂ ਹਨ। ਜੋ ਜੋ ਵਸਤੂਆਂ ਚਾਹੀਦੀਆਂ ਹਨ ਘਰ ਦੇ ਵਿੱਚ, ਜੋ ਹੋਣਾ ਚਾਹੀਦਾ, ਰਸੋਈ ਵਧੀਆ ਬਣਾਈ ਹੈ, ਜਿੱਥੇ ਸੰਗਤਾਂ ਵਾਸਤੇ ਵੀ ਲੰਗਰ ਬਣ ਸਕੇ, ਗੁਰੂ ਪਰਿਵਾਰ ਵਾਸਤੇ ਵੀ ਬਣ ਸਕੇ, ਐਸਾ ਬੰਦੋਬਸਤ ਕੀਤਾ ਹੈ। ਨਹਾਉਣ ਧੋਣ ਵਾਸਤੇ ਵਧੀਆ ਗੁਸਲਖਾਨੇ ਬਣਾਏ ਹਨ। ਅੱਛਾ ਵਧੀਆ ਪ੍ਰਬੰਧ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਿਹਾਇਸ਼ ਦਾ ਸੰਗਤਾਂ ਨੇ ਪਟਨੇ ਦੀਆਂ ਨੇ ਕੀਤਾ ਹੈ। ਆਪ ਕਰਿਓ ਬਿਸਰਾਮ ਦਇਆ ਨਿਧ। ਦਇਆ ਦੇ ਸਮੁੰਦਰ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪ ਉੱਥੇ ਵਿਸਰਾਮ ਕੀਤਾ ਹੈ। ਸਿੱਖਨ ਕਾਮਨ ਪੂਰ ਕਰਾਹੀ। ਔਰ ਸਿੱਖਾਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ ਹਨ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਜੋ ਸਿੱਖਾਂ ਨੇ ਅਰਦਾਸ ਕੀਤੀ ਹੈ, ਜੋ ਜੋ ਮੰਗਿਆ ਹੈ, ਉਹ ਮਹਾਰਾਜ ਨੇ ਦੇ ਦਿੱਤਾ ਹੈ। ਜਿਮ ਜਾਚਤ ਹੈ ਅਰ ਸੇਵਤ ਹੈ। ਜਿਵੇਂ ਸਾਧ ਸੰਗਤ ਜੀ ਸੰਗਤਾਂ ਸੇਵਾ ਕਰਦੀਆਂ ਨੇ, ਭਾਵਨਾ ਕਰਦੀਆਂ ਨੇ, ਔਰ ਜੋ ਵੀ ਸਤਿਗੁਰਾਂ ਤੋਂ ਮੰਗਦੀਆਂ ਨੇ, ਤਿਮ ਦੇਵਤ ਹੈ ਗੁਰ ਰੂਪ ਉਦਾਰੇ। ਉਵੇਂ ਉਵੇਂ ਮਹਾਰਾਜ ਦਾਤਾਂ ਵੀ ਦੇਈ ਜਾਂਦੇ ਹਨ।
ਕਿਉਂਕਿ ਜੈਸੀ ਜੈਸੀ ਭਾਵਨਾ ਹੁੰਦੀ ਹੈ ਗੁਰੂ ਘਰ ਤੋਂ ਵੈਸੀ ਵੈਸੀ ਮੁਰਾਦ ਮਿਲਦੀ ਹੈ। ਨਰ ਨਾਰਨ ਕੇ ਗਨ ਵੈ ਸ਼ਰਦਾ। ਇਸਤਰੀ ਪੁਰਸ਼ਾਂ ਦੇ ਮਨ ਵਿੱਚ ਬਹੁਤ ਸ਼ਰਧਾ ਹੈ, ਬਹੁਤ ਪਿਆਰ ਹੈ। ਧਰ ਸ੍ਰੀ ਮੁਖ ਕੋ ਦਰਸੈ ਦਰਬਾਰੇ। ਸੰਗਤਾਂ ਆ ਕੇ ਦਰਬਾਰ ਵਿੱਚ ਮਹਾਰਾਜ ਦੇ ਪਾਵਨ ਸੁੰਦਰ ਮੁਖ ਦੇ ਦਰਸ਼ਨ ਕਰਦੀਆਂ ਹਨ। ਇੱਕ ਆਵਤ ਹੈ ਇੱਕ ਜਾਵਤ ਹੈ। ਇੱਕ ਸੰਗਤਾਂ ਦਾ ਜਥਾ ਆ ਰਿਹਾ ਹੈ ਸ਼ਬਦ ਪੜ੍ਹਦਾ ਹੋਇਆ, ਤੇ ਇੱਕ ਮਹਾਰਾਜ ਦੇ ਦਰਸ਼ਨ ਕਰਕੇ ਵਾਪਸ ਘਰਾਂ ਨੂੰ ਜਾ ਰਿਹਾ ਹੈ। ਇੱਕ ਪਾਵਤ ਹੈ ਮਨ ਬਾਂਛਤ ਸਾਰੇ। ਇੱਕ ਮਨ ਬਾਂਛਿਤ ਫਲਾਂ ਨੂੰ ਪ੍ਰਾਪਤ ਕਰ ਰਹੇ ਹਨ। ਬਹੁ ਭਾਂਤ ਉਪਾਇਨ ਪਾਇਨ ਪੈ। ਮਹਾਰਾਜ ਦੇ ਚਰਨਾਂ ਵਿੱਚ ਭਾਂਤ ਭਾਂਤ ਦੀਆਂ ਸੋਹਣੀਆਂ ਸੋਹਣੀਆਂ ਭੇਟਾਵਾਂ ਅਰਪਣ ਕਰਦੇ ਹਨ। ਅਰਪੈ ਬਿਨਤੀ ਯੁਧ ਬੰਧਨ ਧਾਰੇ। ਬੇਨਤੀ ਕਰਕੇ ਮਹਾਰਾਜ ਨੂੰ ਅਰਪਣ ਕਰਦੇ, ਲਓ ਪਾਤਸ਼ਾਹ ਜੀ ਆਹ ਭੇਟਾ ਲਵੋ, ਆਹ ਸੁੰਦਰ ਸ਼ਸਤਰ ਲਵੋ, ਸੋਹਣਾ ਬਸਤਰ ਲਵੋ, ਸਵਾਰੀ ਵਾਸਤੇ ਚੰਗੀਆਂ ਪਾਲਕੀਆਂ, ਚੰਗੇ ਘੋੜੇ ਭੇਟਾ ਕਰਦੇ ਹਨ। ਚੌਪਈ ਸ੍ਰੀ ਗੁਜਰੀ ਸਾਧਵੀ ਕੋ ਭਰਾਤਾ। ਸਾਧ ਸੰਗਤ ਜੀ, ਇੱਕ ਦਿਨ ਮਾਤਾ ਗੁਜਰੀ ਜੀ ਦੇ ਭਰਾਤਾ ਜੀ, ਨਾਮ ਕਿਰਪਾਲ ਜਗਤ ਬਖਿਆਤਾ। ਜਿਨ੍ਹਾਂ ਦਾ ਨਾਮ ਮਾਮਾ ਕਿਰਪਾਲ ਚੰਦ ਕਰਕੇ ਜਗਤ 'ਚ ਪ੍ਰਸਿੱਧ ਹੈ, ਬਹੁਤ ਗੁਰੂ ਘਰ ਦੇ ਮਹਾਨ ਮਹਾਂਪੁਰਸ਼ ਹੋਏ ਹਨ। ਕਲਗੀਧਰ ਪਿਤਾ ਜਿਨ੍ਹਾਂ ਦੀ ਗੋਦ ਵਿੱਚ ਖੇਡੇ ਹਨ। ਗੁਰੂ ਸਾਹਿਬ 6ਵੇਂ ਪਾਤਸ਼ਾਹ ਦੀ ਫੌਜ ਦੇ ਵਿੱਚ ਜਰਨੈਲ ਵੀ ਰਹੇ ਹਨ। ਉਸ ਵੇਲੇ ਮਹਾਰਾਜ 6ਵੇਂ ਪਾਤਸ਼ਾਹ ਜਦੋਂ ਨੌਜਵਾਨਾਂ ਨੂੰ, ਗੱਭਰੂਆਂ ਨੂੰ ਭਰਤੀ ਕੀਤਾ ਆਪਣੀ ਫੌਜ ਦੇ ਵਿੱਚ, ਬਾਬਾ ਲਾਲ ਚੰਦ ਜੀ ਨੇ ਆਪਣੇ ਪੁੱਤਰ ਕਿਰਪਾਲ ਚੰਦ ਨੂੰ ਗੁਰੂ 6ਵੇਂ ਪਾਤਸ਼ਾਹ ਦੀ ਫੌਜ 'ਚ ਭਰਤੀ ਕਰਾਇਆ। ਤੇ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੇ ਸਿਪਾਹੀ ਸਨ ਫੌਜ ਦੇ। ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਫੌਜ ਜਦੋਂ ਤਿਆਰ ਹੋਈ, ਉਹਦੇ ਵਿੱਚ ਸਾਰਿਆਂ ਦੇ ਜਰਨੈਲ ਸ਼੍ਰੋਮਣੀ ਬਣਾਏ ਗਏ। ਮਾਮਾ ਕਿਰਪਾਲ ਚੰਦ ਜੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਦੇ ਵੀ ਜਰਨੈਲ ਰਹੇ, ਤੇ ਬਹੁਤ ਲੰਮੀ ਉਮਰ ਪਾਈ ਉਹਨਾਂ ਨੇ। 10ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਮਾਤਾ ਸੁੰਦਰੀ ਜੀ ਦੇ ਸਮੇਂ ਵੀ ਅਗਵਾਈ ਪੰਥ ਦੀ ਨਾਲ ਹੋ ਕੇ ਕਰਦੇ ਰਹੇ। ਬੰਸਾਵਲੀ ਨਾਮੇ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ। ਸੋ ਮਾਮਾ ਕਿਰਪਾਲ ਚੰਦ ਜੀ ਪਟਨੇ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗਏ ਹਨ। ਔਰ ਮੈਂ ਕਿਤਕ ਦਿਓਸ ਕਰ ਬਾਸ। ਜਦੋਂ ਗੁਰੂ ਸਾਹਿਬ ਜੀ ਪਟਨਾ ਸਾਹਿਬ ਚ ਆਇਆਂ ਨੂੰ ਕਈ ਦਿਨ ਹੋ ਗਏ, ਕੁਝ ਹਫ਼ਤੇ ਹੋ ਗਏ, ਬੈਠੇ ਹੋਤੇ ਸਤਿਗੁਰੂ ਪਾਸ। ਸਤਿਗੁਰੂ ਜੀ ਦੇ ਕੋਲ ਮਾਮਾ ਕਿਰਪਾਲ ਚੰਦ ਜੀ ਬੈਠੇ ਹਨ, ਮਾਤਾ ਗੁਜਰੀ ਦੇ ਭਾਈ। ਅਪਰ ਸਿੱਖ ਸੇਵਕ ਗੁਰ ਤੀਰ। ਹੋਰ ਵੀ ਸਿੱਖ ਸੇਵਕ ਗੁਰੂ ਘਰ ਦੇ ਮਹਾਨ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਭਾਈ ਮਤੀ ਦਾਸ ਵਰਗੀਆਂ ਰੂਹਾਂ, ਭਾਈ ਗੁਰਬਖਸ਼ ਵਰਗੇ ਸਿੱਖ ਬੈਠੇ ਹਨ। ਦਰਸ਼ਨ ਕਰੈ ਨਰਨ ਕੀ ਭੀਰ। ਭਾਈ ਜੈਦ ਸੇਠ ਵਰਗੇ ਸ਼ਹਿਰ ਦੇ ਮਹਾਨ ਬ੍ਰਹਮ ਗਿਆਨੀ ਸਾਧੂ ਵੀ ਬੈਠੇ ਹਨ। ਔਰ ਬੇਅੰਤ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਦੀਵਾਨ ਸਜਿਆ ਹੋਇਆ, ਦਰਸ਼ਨ ਅਭਿਲਾਸ਼ੀਆਂ ਦੀ ਭੀੜ ਲੱਗੀ ਹੋਈ ਹੈ। ਤਬ ਕਿਰਪਾਲ ਨੇ ਬੂਝਨ ਕੀਨੋ। ਤਾਂ ਮਾਮਾ ਕਿਰਪਾਲ ਚੰਦ ਜੀ ਨੇ ਹੱਥ ਜੋੜ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਪੁੱਛਣਾ ਕੀਤਾ ਹੈ, ਆਪ ਜਗਤ ਕੇ ਗੁਰੂ ਪ੍ਰਵੀਨੋ। ਇਹ ਸੱਚੇ ਪਾਤਸ਼ਾਹ ਜੀ, ਆਪ ਜਗਤ ਗੁਰੂ ਹੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਸਰੂਪ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਹੋ। ਉਹਨਾਂ ਦੀ ਗੱਦੀ ਤੇ 9ਵੇਂ ਪਾਤਸ਼ਾਹ ਬਣ ਕੇ ਬਿਰਾਜਮਾਨ ਹੋ। ਭੂਤ ਭਵਿੱਖ ਅਨੇਕ ਬ੍ਰਿਤਾਂਤ। ਆਪ ਜੀ ਨੂੰ ਸਭ ਸੰਸਾਰ ਦਾ ਗਿਆਨ ਹੈ। ਭੂਤ ਜੋ ਬੀਤ ਚੁੱਕਿਆ ਸਮਾਂ ਹੈ ਔਰ ਜੋ ਆਉਣ ਵਾਲਾ ਸਮਾਂ ਹੈ, ਸਤਿਗੁਰੂ ਜੀ ਉਹ ਸਾਰੇ ਬਿਰਤਾਂਤ ਆਪ ਜੀ ਦੇ ਸਾਹਮਣੇ ਪ੍ਰਤੱਖ ਹਨ। ਤੁਮਰੇ ਹਿਰਦੇ ਸਭਨ ਕੀ ਗਿਆਤ। ਆਪ ਜੀ ਦੇ ਹਿਰਦੇ 'ਚ ਸਭ ਗਿਆਨ ਹੈ, ਬੀਤ ਚੁੱਕੇ ਸਮੇਂ ਦਾ ਵੀ ਤੇ ਆਉਣ ਵਾਲੇ ਸਮੇਂ ਦਾ ਵੀ ਆਪ ਜੀ ਨੂੰ ਗਿਆਨ ਹੈ। ਨਗਰ ਵਿਸ਼ਾਲ ਮਨੋਹਰ ਮਹਾ। ਇਹ ਮਹਾਰਾਜ ਇਹ ਬੜਾ ਵੱਡਾ ਨਗਰ ਹੈ। ਅਸੀਂ ਸ਼ਹਿਰ ਬੜੇ ਵੇਖੇ ਹਨ, ਪਰ ਪਟਨੇ ਵਰਗਾ ਵੱਡਾ ਨਗਰ ਨਜ਼ਰ ਨਹੀਂ ਆਇਆ। ਕੋਈ ਵਿਰਲੇ ਹੀ ਸ਼ਹਿਰ ਹਨ ਇਹੋ ਜਿਹੇ। ਬਹੁਤ ਵਿਸ਼ਾਲ ਨਗਰ ਵਸਦਾ ਹੈ। ਧਨੀ ਪੁਰਖ ਬੈਠੇ ਜਹ ਕਹਾਂ। ਜਿੱਥੇ ਬੜੇ ਬੜੇ ਅਮੀਰ ਧਨੀ ਪੁਰਸ਼ ਬੈਠੇ ਹਨ, ਕਰੋੜਾਂਪਤੀ ਅਰਬਾਂਪਤੀ ਲੋਕ ਜਿੱਥੇ ਰਹਿੰਦੇ ਹਨ। ਮੰਦਰ ਬਰ ਸੁੰਦਰ ਬੜ ਕਰੇ। ਔਰ ਮਕਾਨ ਵੀ ਵਧੀਆ ਤੋਂ ਵਧੀਆ ਬਣਾਏ ਹੋਏ ਹਨ। ਬੜੀਆਂ ਬੜੀਆਂ ਵੱਡੀਆਂ ਹਵੇਲੀਆਂ,
ਉੱਚੀਆਂ ਅਟਾਰੀਆਂ ਹਨ। ਨਰ ਨਾਰੀ ਗਨ ਆਨੰਦ ਭਰੇ। ਇੱਥੋਂ ਦੇ ਲੋਕ ਬੜੇ ਖੁਸ਼ਹਾਲ ਹਨ, ਪੈਸੇ ਨਾਲ ਵੀ ਰੱਜੇ ਹੋਏ ਨੇ ਔਰ ਉਸ ਤਰ੍ਹਾਂ ਵੀ ਧਾਰਮਿਕ ਲੋਕ ਹਨ ਸਤਿਗੁਰ ਕੀ ਸੰਗਤ ਸਮੁਦਾਏ। ਔਰ ਆਪ ਜੀ ਦੇ ਪ੍ਰੇਮੀ ਹਨ। ਆਪ ਜੀ ਦੀ ਸੰਗਤ ਹੈ ਸਾਰੀ, ਆਪ ਜੀ ਨੂੰ ਮੰਨਦੇ ਹਨ, ਆਪ ਜੀ ਦੀ ਬਾਣੀ ਪੜ੍ਹਦੇ ਹਨ, ਆਪ ਜੀ ਦਾ ਨਾਮ ਜਪਦੇ ਹਨ। ਰਾਵਰ ਕੋ ਦਰਸੈ ਹਰਿ ਖਾਏ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਕੇ ਖੁਸ਼ ਹੁੰਦੇ ਹਨ। ਚਲੈ ਪ੍ਰਵਾਹ ਬਿਮਲ ਬਹੁ ਪਾਨੀ। ਔਰ ਗੰਗਾ ਜੀ ਦਾ ਬਹੁਤ ਸੋਹਣਾ ਜਲ, ਨਿਰਮਲ ਜਲ ਚੱਲਦਾ ਹੈ। 72 ਨਦੀਆਂ ਨਾਲ ਲੈ ਕੇ ਗੰਗਾ ਜੀ ਜਾ ਰਹੇ ਹਨ। ਸਕਲ ਦੇਸ਼ ਸ਼ੋਭਤ ਗੁਣ ਖਾਨੀ। ਔਰ ਦੇਸ਼ ਵੀ ਬੜਾ ਸੋਹਣਾ ਹੈ, ਬੜੀਆਂ ਰਿਆਸਤਾਂ ਹਨ, ਬੜੇ ਛੋਟੇ ਛੋਟੇ ਨਗਰ ਹਨ ਆਲੇ ਦੁਆਲੇ। ਫਿਰ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਖੁਸ਼ਹਾਲੀ ਹੈ, ਬਾਗ ਬਗੀਚੇ ਬੜੇ ਸੋਹਣੇ ਹਨ। ਭਾਂਤ ਭਾਂਤ ਕੇ ਉਪਬਨ ਖਰੇ। ਭਾਂਤ ਭਾਂਤ ਦੇ ਬਾਗ ਬਗੀਚੇ ਹਨ। ਫਲ ਫੂਲਨ ਯੁਤ ਤਰ ਦਲ ਹਰੇ। ਫਲਾਂ ਤੇ ਫੁੱਲਾਂ ਦੇ ਨਾਲ ਸਾਰੇ ਦਰਖਤ ਲੱਦੇ ਹੋਏ ਹਨ। ਇਸ ਮਹਿ ਭਇਓ ਕੌਣ ਬੜ ਰਾਜਾ। ਮਹਾਰਾਜ ਇਹੋ ਜਿਹਾ ਕਿਹੜਾ ਰਾਜਾ ਹੋਇਆ ਜਿਹਨੇ ਇਤਨਾ ਵੱਡਾ ਨਗਰ ਵਸਾਇਆ ਹੈ। ਕਿਉਂਕਿ ਸਾਧ ਸੰਗਤ ਜੀ ਦੇਸ਼ ਜਾਂ ਨਗਰ ਚੰਗੇ ਰਾਜਿਆਂ ਦੇ ਵਸਾਏ ਹੁੰਦੇ ਨੇ। ਜਿਹੜੇ ਦੇਸ਼ ਵਿੱਚ ਰਾਜਾ ਚੰਗਾ ਹੋਵੇ ਉਸ ਦੇਸ਼ ਨੂੰ ਖੁਸ਼ਹਾਲੀ ਦਿੰਦਾ ਹੈ, ਸੋਹਣੇ ਸੋਹਣੇ ਸ਼ਹਿਰ ਬਣਾਉਂਦਾ ਹੈ, ਚੰਗੇ ਚੰਗੇ ਕਾਰੋਬਾਰ ਖੋਲ੍ਹਦਾ ਹੈ, ਦੇਸ਼ ਦੇ ਅੰਦਰ ਬਾਗ ਬਗੀਚੇ ਲਿਆਂਦਾ ਹੈ, ਹਰਿਆਲੀਆਂ ਲਾਉਂਦਾ, ਬਹੁਤ ਖੁਸ਼ੀਆਂ ਦਿੰਦਾ। ਮਹਾਰਾਜ ਇਹ ਨਗਰ ਪਟਨਾ ਨਗਰ ਇੰਨਾ ਖੁਸ਼ਹਾਲ ਵਸ ਰਿਹਾ ਹੈ, ਇਹ ਕਿਹੜੇ ਰਾਜੇ ਦੀ ਦੇਣ ਹੈ? ਕੌਣ ਹੋਇਆ ਹੈ ਜਿਸ ਨੇ ਐਡਾ ਵੱਡਾ ਇਹ ਇਲਾਕਾ ਆਬਾਦ ਕੀਤਾ ਹੈ? ਸੁੰਦਰ ਦੇਸ਼ ਰਾਜ ਜਿਨ ਕੀਨਸ। ਮਹਾਰਾਜ ਕੌਣ ਸੀ ਇਹੋ ਜਿਹਾ ਰਾਜਾ ਜਿਹਨੇ ਸੋਹਣੇ ਦੇਸ਼ ਦਾ ਰਾਜ ਕੀਤਾ, ਸੋਹਣੇ ਦੇਸ਼ 'ਚ ਡੇਰੇ ਲਾਏ, ਹਰਾ ਭਰਾ ਦੇਸ਼। ਇੱਕ ਪਾਸੇ ਗੰਗਾ ਦੀਆਂ ਲਹਿਰਾਂ, ਇੱਕ ਪਾਸੇ ਬਾਗਾਂ ਬਗੀਚਿਆਂ ਦੀਆਂ ਖੁਸ਼ੀਆਂ, ਸਾਰੇ ਪਾਸੇ ਆਨੰਦ ਹੀ ਆਨੰਦ ਹੈ। ਕਰੋ ਸੁਨਾਵਨ ਸਕਲ ਪ੍ਰਵੀਨਸ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਸਭ ਕੁਝ ਜਾਣਦੇ ਹੋ, ਕਿਰਪਾ ਕਰਕੇ ਮੈਨੂੰ ਇਤਿਹਾਸ ਸੁਣਾਓ। ਦੋਹਰਾ ਸੁਨ ਕੈ ਸਭ ਸੰਗਤ ਬਿਖੈ ਜਾਨ ਹਿਰਦੈ ਇਤਿਹਾਸ। ਮਹਾਰਾਜ ਮਾਮਾ ਕਿਰਪਾਲ ਚੰਦ ਜੀ ਦੀ ਬੇਨਤੀ ਸੁਣੀ। ਸਾਰੇ ਸਿੱਖਾਂ ਦੇ ਵੀ ਮਨ ਵਿੱਚ ਇਹ ਉਤਕੰਠਾ ਸੀ ਵੀ ਗੁਰੂ ਸਾਹਿਬ ਨੂੰ ਇਤਿਹਾਸ ਦੱਸਣ ਤਾਂ ਭਲਾ ਹੋਵੇ, ਕਿਉਂਕਿ ਮਹਾਰਾਜ ਭੂਤ ਭਵਿੱਖ ਵਰਤਮਾਨ ਦੇ ਗਿਆਤਾ ਹਨ। ਸਤਿਗੁਰਾਂ ਕੋਲੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਤੋ ਸੰਗਤਾਂ ਨੂੰ ਮਹਾਰਾਜ ਹੁਣ ਇਤਿਹਾਸ ਦੱਸਣ ਲੱਗੇ ਹਨ। ਤੇਗ ਬਹਾਦਰ ਸ੍ਰੀ ਗੁਰੂ ਕਹਿਓ ਸਭਨ ਸਿੱਖ ਪਾਸ। ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਰੇ ਦੀਵਾਨ ਦੇ ਵਿੱਚ ਸਾਖੀ ਸੁਣਾਉਣ ਲੱਗੇ ਹਨ, ਇਤਿਹਾਸ ਸੁਣਾਉਣ ਲੱਗੇ ਹਨ। ਇਸੀ ਦੇਸ਼ ਮੈਂ ਹੋਤ ਪਾ ਨਿਰਪਤ ਬ੍ਰਿਹਦ ਰਥ ਨਾਮ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ ਕਿ ਸਾਧ ਸੰਗਤ ਜੀ ਇਸ ਮਗਧ ਦੇਸ਼ ਦੇ ਬਿਹਾਰ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਧਰਮੀ ਰਾਜਾ ਬਿਰਹਰਤ ਹੋਇਆ ਹੈ। ਤੀਨ ਛੂਹਨੀ ਸੈਨ ਪਤ ਅਤ ਸੂਰੋ ਬਲ ਧਾਮ। ਇਹ ਜਿਹੜਾ ਬਿਰਹਦ ਰਥ ਹੋਇਆ ਹੈ, ਵੱਡੇ ਰਥ ਵਾਲਾ, ਬਿਰਹਦ ਮੈਨੇ ਵੱਡਾ, ਰਥ ਮੈਨੇ ਜਿਹਦੀ ਸਵਾਰੀ ਵੱਡੀ ਸੀ, ਭਾਵ ਜਿਹਦਾ ਰਥ ਬਹੁਤ ਚੌਂ ਚੱਕਾਂ 'ਚ ਘੁੰਮਦਾ ਸੀ, ਜਿਨ੍ਹਾਂ ਦੀਪ ਦੀਪੰਗ ਦੁਹਾਈ ਫਿਰਾਈ। ਇਹੋ ਜਿਹਾ ਰਾਜਾ ਪ੍ਰਤਾਪੀ 3 ਛੂਹਣੀਆਂ ਫੌਜ ਦਾ ਮਾਲਕ ਸੀਗਾ। ਇੱਕ ਛੂਹਣੀ ਦੇ ਵਿੱਚ ਕਈ ਲੱਖਾਂ, ਲਗਭਗ 13 ਲੱਖ ਦੇ ਨੇੜੇ ਫੌਜ ਹੁੰਦੀ ਹੈ, ਅਤੇ 3 ਛੂਹਣੀਆਂ ਦਾ ਮਤਲਬ ਹੈ ਵੀ 40 ਲੱਖ ਫੌਜ ਉਹਨੇ ਭਰਤੀ ਕੀਤੀ ਹੋਈ ਸੀ। ਚੌਬਈ ਇੰਦਰ ਸਮਾਨ ਮਹਾਬਲ ਸੂਰਾ। ਔਰ ਬੜਾ ਮਹਾਬਲੀ ਇੰਦਰ ਰਾਜੇ ਵਰਗਾ ਬਲੀ ਸੂਰਮਾ ਸੀ, ਯੋਧਾ ਸੀ, ਜੰਗੀ ਜਰਨੈਲ ਸੀ। ਸਕਲ ਭਾਂਤ ਐਸ਼ਵਰਜੇ ਪੂਰਾ। ਔਰ ਐਸ਼ਵਰਜ ਉਹਦਾ ਬਹੁਤ ਜ਼ਿਆਦਾ ਸੀ। ਬੜੇ ਪ੍ਰਾਰਦਨ ਦੁਆਪਰ ਯੁੱਗ ਦੀ ਇਹ ਗੱਲ ਹੈ। ਉਹ ਕਹਿੰਦੇ ਸਾਰੇ ਪਾਸੇ ਉਹਦੇ ਕੋਲ ਸੋਨਾ ਚਾਂਦੀ ਰਾਜ ਭਾਗ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਫੌਜਾਂ ਵੀ ਬੜੀਆਂ ਜ਼ਿਆਦਾ ਸਨ ਤੇ ਜੰਗੀ ਫੌਜਾਂ ਸਨ। ਰੱਛਾ ਕਰਤ ਦੇਸ਼ ਇਸ ਕੇਰੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹ ਰਾਜਾ ਬਿਰਧ ਰਥ ਜਿਹੜਾ ਹੈ ਉਹ ਇਸ ਦੇਸ਼ ਦੀ ਰੱਖਿਆ ਕਰਦਾ ਸੀ, ਇਸ ਦੇਸ਼ ਦਾ ਉਹ ਪਾਲਣ ਪੋਸ਼ਣ ਕਰਦਾ ਸੀ। ਕਿਉਂਕਿ ਰਾਜੇ ਦੀ ਸਾਧ ਸੰਗਤ ਜੀ ਇਹ ਡਿਊਟੀ ਹੁੰਦੀ ਹੈ ਆਪਣੇ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨੀ।
ਆਪਣੇ ਦੇਸ਼ ਦੇ ਲੋਕਾਂ ਦੇ ਕਾਰੋਬਾਰਾਂ ਦਾ ਖਿਆਲ ਰੱਖਣਾ, ਉਹਨੂੰ ਸਹੂਲਤਾਂ ਦੇਣੀਆਂ, ਸੜਕਾਂ ਬਣਾਉਣੀਆਂ, ਵੱਡੇ ਵੱਡੇ ਕਾਰਖਾਨੇ ਲਾਣੇ, ਲੋਕਾਂ ਦੇ ਕਾਰੋਬਾਰ ਬਿਜ਼ਨਸ ਵਧਾਉਣੇ, ਇਹ ਸਰਕਾਰ ਦੇ ਕੰਮ ਹੁੰਦੇ। ਬਾਹਰੋਂ ਕੋਈ ਹਮਲਾ ਕਰੇ, ਉਹਦੇ ਨਾਲ ਯੁੱਧ ਕਰਨ ਲਈ ਫੌਜ ਤਿਆਰ ਬਰ ਤਿਆਰ ਰੱਖਣੀ। ਉਸ ਜ਼ਮਾਨੇ 'ਚ ਰਾਜੇ ਆਪ ਜੰਗ ਦੇ ਮੈਦਾਨ 'ਚ ਜਾਇਆ ਕਰਦੇ ਸਨ। ਉਹਨਾਂ ਨੂੰ ਹੀ ਰਾਜੇ ਬਣਾਇਆ ਜਾਂਦਾ ਸੀ ਜਿਹੜੇ ਸੂਰਬੀਰ ਬਹਾਦਰ ਛਤਰੀ, ਸੂਰਮੇ ਬਹਾਦਰ ਜੰਗੀ ਜਰਨੈਲ ਹੁੰਦੇ ਸਨ। ਮਾੜਾ ਮੋਟਾ ਬੰਦਾ ਰਾਜਾ ਨਹੀਂ ਸੀ ਬਣ ਸਕਦਾ। ਜਿਹਦੀ ਤੇਗ ਵਿੱਚ ਦਮ ਹੋਵੇ, ਜਿਹਦੀ ਛਾਤੀ 'ਚ ਬਲ ਹੋਵੇ, ਜਿਹੜਾ ਦੁਸ਼ਮਣਾਂ ਦੇ ਦਲਾਂ ਨੂੰ ਦਲ ਸਕਦਾ ਹੋਵੇ, ਇਹੋ ਜਿਹਾ ਰਾਜਾ ਹੁੰਦਾ ਸੀ। ਸੋ ਰਾਜਾ ਬਿਰਧਰਥ ਧਰਮੀ ਯੋਧਾ ਸੀ, ਦੇਸ਼ ਦੀ ਕੌਮ ਦੀ ਰੱਖਿਆ ਕਰਦਾ ਸੀ। ਸਭ ਮਾਨੈ ਜੇ ਆਨ ਵਡੇਰੀ, ਕਹਿੰਦੇ ਉਹਦੀ ਆਣ ਸਾਰੇ ਹੀ ਮੰਨਦੇ ਸਨ, ਸਭ ਉਹਦੇ ਅੱਗੇ ਝੁਕਦੇ ਸਨ। ਕਾਂਸ਼ੀ ਨ੍ਰਿਪ ਕੀ ਤਨੀਆ ਦੋਏ, ਸਾਧ ਸੰਗਤ ਜੀ, ਉਸ ਵੇਲੇ ਇੱਧਰ ਉਰਲੇ ਪਾਸੇ ਕਾਂਸ਼ੀ ਬਨਾਰਸ ਦੇ ਰਾਜੇ ਦੀਆਂ 2 ਬੇਟੀਆਂ ਸਨ। ਤਿਨ ਕੋ ਵਿਆਹ ਆਨ ਘਰ ਸੋਏ, ਉਹ ਦੋਵੇਂ ਲੜਕੀਆਂ ਦੇ ਨਾਲ ਰਾਜਾ ਬਿਰਧਰਥ ਨੇ ਸ਼ਾਦੀ ਕੀਤੀ। ਬਿਰਧਰਥ ਉਹਨਾਂ ਦੋਵਾਂ ਨੂੰ ਵਿਆਹ ਕੇ ਆਪਣੇ ਘਰ ਇੱਥੇ ਪਟਨੇ ਵਿੱਚ ਲੈ ਆਇਆ। ਚਿਰੰਕਾਲ ਤਿਸ ਕੋ ਬਿਤ ਗਇਓ, ਔਰ ਉਹਨੂੰ ਇੱਥੇ ਰਹਿੰਦਿਆਂ ਬਹੁਤ ਚਿਰ ਆਪਣੀਆਂ ਪਤਨੀਆਂ ਦੇ ਨਾਲ ਰਹਿੰਦਿਆਂ ਹੋ ਗਿਆ। ਪੁੱਤਰ ਨਹੀਂ ਘਰ ਨ੍ਰਿਪ ਕੇ ਭਇਓ, ਪਰ ਕੁਦਰਤ ਪਰਮੇਸ਼ਰ ਦੀ ਐਸੀ ਹੋਈ ਵੀ ਰਾਜਾ ਦੋਵਾਂ ਰਾਣੀਆਂ ਸਮੇਤ ਰਹਿੰਦਾ, ਬੱਚਾ ਦੋਵਾਂ ਚੋਂ ਹੀ ਕੋਈ ਨਹੀਂ ਹੋਇਆ। ਰਾਜੇ ਦੇ ਘਰ ਪੁੱਤਰ ਨਹੀਂ ਹੋਇਆ। ਜਗ ਅਨੇਕ ਸਦਛਨ ਕੀਨੇ, ਰਾਜੇ ਨੇ ਬੜੇ ਜਗ ਕੀਤੇ, ਬੜੇ ਦਾਨ ਦਛਨਾ ਦਿੱਤੀਆਂ, ਅਪਰ ਉਪਾਏ ਭੂਪ ਕਰ ਲੀਨੇ, ਬੜੀਆਂ ਉਹਨੇ ਲੋਕਾਂ ਦੇ ਕੋਲ ਜਾ ਜਾ ਕੇ ਅਰਦਾਸਾਂ ਕਰਾਈਆਂ, ਬੜੇ ਉਪਾਅ ਕੀਤੇ, ਬੜੀਆਂ ਦਵਾਈਆਂ ਜੜੀਆਂ ਬੂਟੀਆਂ ਵੀ ਖਾਧੀਆਂ, ਵੈਦਾਂ ਹਕੀਮਾਂ ਤੋਂ ਇਲਾਜ ਵੀ ਕਰਾਏ। ਤਉ ਨ ਸੁਤ ਉਪਜਿਓ ਸੁਖਦਾਏ, ਪਰ ਇਤਨੇ ਯਤਨ ਕਰਕੇ ਵੀ ਰਾਜੇ ਬਿਰਧਰਥ ਨੂੰ ਪੁੱਤਰ ਰਤਨ ਦੀ ਪ੍ਰਾਪਤੀ ਨਹੀਂ ਹੋਈ। ਉਹਦੇ ਘਰ ਪੁੱਤਰ ਪੈਦਾ ਨਹੀਂ ਹੋਇਆ। ਚਿੰਤਾ ਤੁਰ ਹੋਵਤ ਪਛਤਾਏ, ਬੜਾ ਚਿੰਤਾ ਤੁਰ, ਬੜਾ ਫਿਕਰਮੰਦ, ਮਨ ਵਿੱਚ ਹਰ ਵੇਲੇ ਪਛਤਾਵਾ ਰਹਿੰਦਾ, ਕੀ ਬਣੇਗਾ, ਕੀ ਹੋਵੇਗਾ, ਮੇਰਾ ਰਾਜ ਭਾਗ ਮੇਰੇ ਤੋਂ ਬਾਅਦ ਕੌਣ ਸੰਭੇਗਾ। ਚੰਦਰਕ ਨਾਮ ਰਖੀਸਰ ਏਕ, ਤਾਂ ਸਾਧ ਸੰਗਤ ਜੀ, ਇੱਕ ਰਿਸ਼ੀ ਸੀਗਾ। ਉਸ ਰਿਸ਼ੀ ਦਾ ਨਾਮ ਸੀ ਚੰਦਰਕ ਰਿਸ਼ੀ। ਉਹ ਜੋ ਚੰਦਰਕ ਰਿਸ਼ੀ ਸੀ ਬਹੁਤ ਮਹਾਂਪੁਰਸ਼ ਤਪਸਵੀ ਪਰਮੇਸ਼ਰ ਦਾ ਪਿਆਰਾ ਸੀ। ਤਿਸ ਕੇ ਗੁਣ ਸੁਨ ਸ਼੍ਰੋਣ ਅਨੇਕ, ਰਾਜੇ ਬਿਰਧਰਥ ਨੂੰ ਕਿਤੋਂ ਪਤਾ ਲੱਗਾ ਵੀ ਇੱਕ ਬਹੁਤ ਕਰਨੀ ਵਾਲਾ ਰਿਸ਼ੀ ਹੈ, ਉਹਦੇ 'ਚ ਬੜੇ ਹੀ ਗੁਣ ਹਨ, ਉਹ ਬਹੁਤ ਪਰਮੇਸ਼ਰ ਦਾ ਪਿਆਰਾ ਮਹਾਂਪੁਰਸ਼ ਸਾਧੂ ਹੈ। ਲੈ ਆਪਣੇ ਸੰਗ ਦੋਨੋਂ ਰਾਨੀ, ਰਾਜਾ ਬਿਰਧਰਥ ਆਪਣੀਆਂ ਦੋਵਾਂ ਰਾਣੀਆਂ ਨੂੰ ਨਾਲ ਲੈ ਕੇ ਨਿਰਪਤ ਜਾਏ ਤੇ ਸੇਵਾ ਠਾਨੀ, ਉਸ ਮਹਾਂਪੁਰਸ਼ ਦੇ ਉਸ ਮੁਨੀ ਦੇ ਆਸ਼ਰਮ ਵਿੱਚ ਚਲਾ ਗਿਆ ਤੇ ਚੰਦਰਕ ਮੁਨੀ ਦੀ ਬੜੀ ਰਾਜੇ ਨੇ ਸੇਵਾ ਆਪਣੇ ਹੱਥੀਂ ਕੀਤੀ। ਕਿਉਂਕਿ ਮਰਜ਼ਾਦਾ ਹੈ, ਜੇ ਮਹਾਂਪੁਰਸ਼ਾਂ ਸਾਧੂਆਂ ਕੋਲੋਂ ਵਰ ਲੈਣਾ ਹੋਵੇ ਤੇ ਆਪਣੇ ਹੱਥੀਂ ਸੇਵਾ ਕਰੀਦੀ ਹੈ। ਜਿਵੇਂ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਸੀ ਵੀ ਜੇ ਬਾਬਾ ਬੁੱਢਾ ਸਾਹਿਬ ਤੋਂ ਵਰ ਲੈਣਾ ਤੇ ਆਪ ਪ੍ਰਸ਼ਾਦੇ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਬਣਾ ਕੇ ਲਿਜਾਓ, ਗੰਢਾ ਤੇ ਲੱਸੀ ਲੈ ਕੇ ਜਾਓ, ਮਹਾਂਪੁਰਸ਼ ਪ੍ਰਸੰਨ ਹੋਣਗੇ ਤੇ ਵਰ ਦੇਣਗੇ। ਸੋ ਉਦੋਂ ਫਿਰ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਸੀ ਮਾਤਾ ਗੰਗਾ ਜੀ ਨੂੰ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਸੋ ਇਸੇ ਤਰ੍ਹਾਂ ਹੀ ਸਾਧੂ ਮਹਾਤਮਾ ਜਿੰਨੇ ਵੀ ਹੁੰਦੇ ਨੇ ਉਹ ਆਪਣੇ ਹੱਥੀਂ ਸੇਵਾ ਕਰਵਾ ਕੇ ਖੁਸ਼ ਹੁੰਦੇ ਨੇ, ਪੈਸੇ ਨਾਲ ਨਹੀਂ ਖੁਸ਼ ਹੁੰਦੇ। ਜਿਹੜਾ ਉਹਨਾਂ ਦੀ ਪ੍ਰੇਮ ਨਾਲ ਹੱਥੀਂ ਸੇਵਾ ਕਰੇ ਉਹਦੇ 'ਤੇ ਬਹੁਤ ਖੁਸ਼ ਹੁੰਦੇ ਹਨ। ਸੋ ਚੰਦਰਕ ਮੁਨੀ ਦੀ ਰਾਜੇ ਬਿਰਧਰਥ ਨੇ ਆਪਣੀਆਂ ਦੋਵਾਂ ਰਾਣੀਆਂ ਸਮੇਤ ਹੱਥੀਂ ਸੇਵਾ ਕੀਤੀ ਹੈ। ਬ੍ਰਿਛ ਅੰਬ ਕੋ ਤੇ ਥਲ ਖਰਿਓ, ਸੇਵਾ ਜਿੱਥੇ ਕਰਦੇ ਸੀ ਉੱਥੇ ਸਾਧ ਸੰਗਤ ਜੀ ਉਸ ਆਸ਼ਰਮ ਦੇ ਵਿੱਚ ਇੱਕ ਅੰਬ ਦਾ ਬੂਟਾ ਸੀ। ਤਰੇ ਰਖੀਸ਼ਵਰ ਨੇ ਤਪ ਕਰਿਓ, ਅੰਬ ਦੇ ਬੂਟੇ, ਅੰਬ ਦੀ ਛਾਵੇਂ ਬਹਿ ਕੇ ਚੰਦਰਕ ਮੁਨੀ ਜੀ ਤਪ ਕਰਿਆ ਕਰਦੇ ਸਨ। ਉਹਨਾਂ ਦਾ ਉਹ ਤਪੋ ਸਥਾਨ ਸੀ, ਉਹਨਾਂ ਦੀ ਉਹ ਤਪੋ ਭੂਮੀ ਸੀ। ਕੋਈ ਕਮਰੇ ਜਾਂ ਉਸ ਵੇਲੇ ਉਹਨਾਂ ਨੇ ਨਹੀਂ ਸਨ ਬਣਾਏ।
ਉਹ ਮਾਂ ਮੁਨੀ ਨੇ ਆਪਣਾ ਆਸਣ ਜਿਹੜਾ ਸੀ, ਆਪਣਾ ਧੂਣਾ ਜਿਹੜਾ ਸੀ, ਉਹ ਅੰਬ ਦੇ ਬੂਟੇ ਦੇ ਥੱਲੇ ਹੀ ਲਾਇਆ ਹੋਇਆ ਸੀ। ਅਨੇਕ ਭਾਂਤ ਕੇ ਤਪ ਕੋ ਤਾਪਤ, ਉੱਥੇ ਅਨੇਕ ਪ੍ਰਕਾਰ ਦੀ ਤਪੱਸਿਆ ਮਹਾਂਪੁਰਸ਼ ਕਰਦੇ ਸਨ। ਹਿਰਦੈ ਸੁਧ ਸ੍ਰੀ ਪ੍ਰਭ ਕੋ ਜਾਪਤ, ਹਿਰਦਾ ਸ਼ੁੱਧ ਕਰਕੇ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਪਦੇ ਸਨ। ਕੇਤਕ ਦਿਨ ਜਬ ਸੇਵਾ ਠਾਨੀ, ਉਹ ਆਪਣੀ ਸਮਾਧੀ 'ਚ ਬੈਠੇ ਰਹਿੰਦੇ, ਰਾਜਾ ਰਾਣੀਆਂ ਉਹਦੀ ਸੇਵਾ 'ਚ ਲੱਗੇ ਰਹਿੰਦੇ। ਦੋਵੇਂ ਟਾਈਮ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਬਣਾ ਕੇ ਛਕਾਉਂਦੇ, ਮਹਾਂਪੁਰਸ਼ਾਂ ਦੇ ਆਸ਼ਰਮ ਝਾੜੂ ਪੋਚਾ ਕਰ ਦਿੰਦੇ, ਇੱਕ ਨਿਮਾਣੇ ਜਿਹੇ ਸੇਵਕ ਦੀ ਤਰ੍ਹਾਂ, ਇੱਕ ਬਿਲਕੁਲ ਜਿਵੇਂ ਆਪਣਾ ਹੰਕਾਰ ਖਤਮ ਕਰਕੇ ਰਾਜੇ ਬਿਰਧਰਥ ਨੇ ਆਪਣੇ ਰਾਜੇ ਪੁਣੇ ਦਾ ਮਾਣ ਛੱਡ ਕੇ ਚੰਦਰਕ ਮੁਨੀ ਦੀ ਸੇਵਾ ਕੀਤੀ ਹੈ। ਕਿਰਪਾ ਦ੍ਰਿਸ਼ਟ ਦੇਖੀ ਮਨ ਗਿਆਨੀ, ਚੰਦਰਕ ਮੁਨੀ ਜੀ ਮਹਾਂਪੁਰਸ਼ ਦਇਆ ਦੇ ਘਰ 'ਚ ਆ ਗਏ, ਕਿਉਂਕਿ ਸਾਧੂ ਮਹਾਤਮਾ ਸ਼ਰਧਾ ਵੇਖਦੇ ਹਨ, ਪ੍ਰੇਮ ਵੇਖਦੇ ਹਨ। ਤੇ ਜਦੋਂ ਉਹਨਾਂ ਨੇ ਵੇਖਿਆ ਵੀ ਰਾਜੇ ਦੇ ਮਨ 'ਚ ਸ਼ਰਧਾ ਹੈ, ਭਾਵਨਾ ਹੈ, ਵਿਸ਼ਵਾਸ ਹੈ, ਤਾਂ ਉਹਦੀ ਸ਼ਰਧਾ ਵੇਖ ਕੇ ਤਿਸ ਹੈ ਅੰਬ ਕੇ ਫਲ ਕੋ ਦੀਨ, ਜਿਹੜੇ ਅੰਬ ਥੱਲੇ ਬੈਠੇ ਸੀ ਉਹਦਾ ਇੱਕ ਫਲ ਤੋੜਿਆ ਤੇ ਮਹਾਂਪੁਰਸ਼ਾਂ ਨੇ ਰਾਜੇ ਬਿਰਧਰਥ ਨੂੰ ਦੇ ਦਿੱਤਾ। ਪੁੱਤਰ ਬਲੀ ਹੋਏ ਸੂਰ ਅਧੀਨ, ਤੇ ਨਾਲ ਹੀ ਬਚਨ ਕਰ ਦਿੱਤਾ, ਲਓ ਰਾਜਾ ਤੇਰੇ ਘਰ ਬੜਾ ਸੂਰਬੀਰ ਬਹਾਦਰ ਯੋਧਾ ਪੁੱਤਰ ਪੈਦਾ ਹੋਵੇਗਾ, ਬੜਾ ਬਲੀ ਹੋਵੇਗਾ। ਲੈ ਹਰਖਿਓ ਰਾਜਾ ਬੁੱਧਵਾਨ, ਐਸਾ ਪੁੱਤਰ ਹੋਵੇਗਾ ਕਿਸੇ ਤੋਂ ਦਬੇਗਾ ਨਹੀਂ, ਕਿਸੇ ਦਾ ਦੀਨ ਨਹੀਂ ਹੋਵੇਗਾ, ਕਿਸੇ ਦੇ ਅਧੀਨ ਨਹੀਂ ਹੋਵੇਗਾ, ਹਰ ਮੈਦਾਨ ਫਤਿਹ ਕਰਨ ਵਾਲਾ ਜੰਗੀ ਜਰਨੈਲ ਹੋਵੇਗਾ ਤੇਰੇ ਘਰ। ਇਹ ਵਰ ਦਿੱਤਾ ਮਹਾਂਪੁਰਸ਼ ਚੰਦਰਕ ਮੁਨੀ ਨੇ, ਔਰ ਰਾਜਾ ਬਿਰਧਰਥ ਵਰ ਲੈ ਕੇ ਤੇ ਫਲ ਲੈ ਕੇ ਬੜਾ ਖੁਸ਼ ਹੋਇਆ। ਘਰ ਨਿਜ ਗਮਨਿਓ ਬੰਧਨ ਠਾਨ, ਚੰਦਰਕ ਮੁਨੀ ਤੋਂ ਵਰ ਲੈ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਮੱਥਾ ਟੇਕਿਆ, ਨਮਸਕਾਰ ਕਰਕੇ ਤੇ ਰਾਜਾ ਆਪਣੇ ਮਹਿਲਾਂ ਨੂੰ ਵਾਪਸ ਪਰਤ ਆਇਆ। ਦੋਏ ਦਾਰਾ ਪਿਆਰੀ ਸਮ ਜਾਣੈ, ਤੇ ਘਰ ਵਾਲੀਆਂ ਦੋਵੇਂ ਹੀ ਬੜੀਆਂ ਪਿਆਰੀਆਂ, ਬੜੀਆਂ ਗੁਣਵੰਤੀਆਂ, ਬੜੀਆਂ ਸਿਆਣੀਆਂ, ਪਿਆਰ ਕਰਨ ਵਾਲੀਆਂ ਸਨ। ਕਿਸ ਕੋ ਦਿਓ ਚਿਤਵਨੋ ਠਾਨੈ, ਦੋਵਾਂ ਨਾਲ ਬਰਾਬਰ ਪ੍ਰੇਮ ਸੀ ਤੇ ਦੋਵੇਂ ਬਰਾਬਰ ਰਾਜੇ ਨੂੰ ਵੀ ਪ੍ਰੇਮ ਕਰਦੀਆਂ ਸਨ। ਹੁਣ ਰਾਜੇ ਦੇ ਸਾਹਮਣੇ ਸਮੱਸਿਆ ਆ ਗਈ, ਰਾਣੀਆਂ ਦੋ ਹਨ, ਫਲ ਇੱਕ ਹੈ, ਕਿਹੜੀ ਰਾਣੀ ਨੂੰ ਦਿਆਂ, ਕਿਹੜੀ ਨੂੰ ਨਾ ਦਿਆਂ। ਇੱਕ ਦੁਖ ਪਾਵਹਿ ਇੱਕ ਹਰ ਖਾਏ, ਜਿਹੜੀ ਰਾਣੀ ਨੂੰ ਮੈਂ ਫਲ ਦਿਆਂਗਾ ਉਹਦੇ ਘਰ ਪੁੱਤਰ ਹੋਵੇਗਾ, ਖੁਸ਼ ਹੋਵੇਗੀ, ਦੂਸਰੀ ਜਿਹੜੀ ਦੁਖੀ ਹੋਵੇਗੀ। ਇਹ ਬਿਦਨ ਹੈ ਮੇਰੇ ਮਨ ਆਏ, ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਬੜੀ ਸਮੱਸਿਆ ਹੈ। ਜੇ ਮਹਾਂਪੁਰਸ਼ ਦੋ ਫਲ ਦੇ ਦਿੰਦੇ ਤੇ ਦੋਵੇਂ ਰਾਣੀਆਂ ਨੂੰ ਇੱਕ ਇੱਕ ਪੁੱਤਰ ਹੋ ਜਾਂਦਾ। ਹੁਣ ਫਲ ਵੀ ਇੱਕ ਹੈ, ਰਾਣੀਆਂ ਦੋ ਹਨ, ਹੁਣ ਮੈਂ ਇਹਨਾਂ ਦੋਵਾਂ ਰਾਣੀਆਂ ਨੂੰ ਕਿਸ ਤਰ੍ਹਾਂ ਸੰਤੁਸ਼ਟ ਕਰਾਂ। ਗੁਣ ਸਰੂਪ ਮੈਂ ਦਊ ਸਮਾਨ, ਦੋਵੇਂ ਰਾਣੀਆਂ ਰੂਪ ਰੰਗ ਵਿੱਚ ਵੀ ਬਰਾਬਰ ਬੜੀਆਂ ਸੁੰਦਰ ਹਨ ਤੇ ਗੁਣਾਂ ਵਿੱਚ ਵੀ ਬਹੁਤ ਬਰਾਬਰ ਹਨ, ਸਮਾਨ ਹਨ। ਮੋਹ ਮੈਂ ਪ੍ਰੀਤ ਕਰੈ ਸਭ ਜਾਨ, ਤੇ ਮੇਰੇ ਵਿੱਚ ਭਾਵਨਾ ਵੀ ਦੋਵੇਂ ਬਰਾਬਰ ਰੱਖਦੀਆਂ ਨੇ। ਇਹ ਨਹੀਂ ਵੀ ਇੱਕ ਰਾਣੀ ਜ਼ਿਆਦਾ ਮੈਨੂੰ ਪਿਆਰ ਕਰਦੀ ਹੈ, ਦੂਜੀ ਨਹੀਂ ਕਰਦੀ। ਦੋਵੇਂ ਹੀ ਰਾਣੀਆਂ ਮੇਰੇ 'ਚ ਭਾਵਨਾ ਰੱਖਦੀਆਂ ਨੇ, ਪ੍ਰੇਮ ਰੱਖਦੀਆਂ ਨੇ, ਮੇਰਾ ਖਿਆਲ ਰੱਖਦੀਆਂ ਨੇ। ਬਹੁਤ ਕਾਲ ਚਿਤਵਿਓ ਮਨ ਮਾਹੇ, ਇਸ ਤਰ੍ਹਾਂ ਰਾਜਾ ਬਿਰਧਰਥ ਬਹੁਤ ਸੋਚਾਂ 'ਚ ਪੈ ਗਿਆ, ਸੋਚਦਾ ਹੀ ਰਿਹਾ ਕਿੰਨਾ ਚਿਰ। ਇੱਕ ਕੋ ਦੇਨ ਰੁਚੈ ਚਿਤ ਨਾਹੇ, ਇੱਕ ਰਾਣੀ ਨੂੰ ਫਲ ਦਿਆਂ ਇਹ ਗੱਲ ਜਚਦੀ ਨਹੀਂ, ਇਹ ਗੱਲ ਮਨ 'ਚ ਟਿਕਦੀ ਨਹੀਂ। ਫਲ ਦੁਖੰਡ ਕਰ ਕੈ ਕਰ ਲੀਨ, ਅਖੀਰ ਰਾਜੇ ਨੇ ਉਸ ਫਲ ਦੇ ਦੋ ਹਿੱਸੇ ਕਰ ਲਏ, ਦੋ ਟੋਟੇ ਕਰਕੇ। ਦੋਹ ਨਾਰੀ ਪਿਆਰੀ ਕੋ ਦੀਨ, ਦੋਵੇਂ ਆਪਣੀਆਂ ਪਿਆਰੀਆਂ ਰਾਣੀਆਂ ਨੂੰ ਉਹ ਫਲ ਦੇ ਦਿੱਤੇ। ਹੋਏ ਪ੍ਰਸੰਨ ਦੋਨੋਂ ਫਲ ਲਹਿਓ, ਦੋਵੇਂ ਰਾਣੀਆਂ ਖੁਸ਼ ਹੋਈਆਂ ਵੀ ਸਾਨੂੰ ਬਰਾਬਰ ਦਾ ਫਲ ਮਿਲ ਗਿਆ, ਅੱਧਾ ਅੱਧਾ ਫਲ ਮਿਲ ਗਿਆ ਹੈ। ਖਾਏ ਕਿਤਕ ਦਿਨਨ ਗਰਭ ਭਇਓ, ਜਦੋਂ ਰਾਣੀਆਂ ਨੇ ਦੋਵਾਂ ਨੇ ਅੱਧਾ ਅੱਧਾ ਫਲ ਛਕ ਲਿਆ ਤੇ ਕੁਝ ਦਿਨਾਂ ਬਾਅਦ ਦੋਵਾਂ ਰਾਣੀਆਂ ਨੂੰ ਆਸ ਉਮੀਦ ਬੱਝ ਗਈ
ਦੋਵਾਂ ਦੇ ਪੇਟ ਵਿੱਚ ਬੱਚੇ ਦਾ ਨਿਵਾਸ ਹੋਣ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ। ਭੂਪਤ ਕੇ ਮਨ ਹਰਖ ਉਪਾਵਾ। ਜਦੋਂ ਰਾਣੀਆਂ ਨੇ ਦੱਸਿਆ ਵੀ ਸਾਡੇ ਮਹਾਰਾਜ ਪਰਮੇਸ਼ਰ ਦੀ ਕਿਰਪਾ ਨਾਲ ਆਸ ਉਮੀਦ ਬਣ ਗਈ ਹੈ, ਰਾਜਾ ਬੜਾ ਖੁਸ਼ ਹੋਇਆ। ਗਰਭਵਤੀ ਦੇਖਤ ਸੁਖ ਪਾਵਾ। ਆਪਣੀਆਂ ਦੋਵਾਂ ਰਾਣੀਆਂ ਨੂੰ ਗਰਭਵਤੀ ਹੋਇਆ ਜਾਣ ਕੇ ਸੁਖੀ ਹੋਇਆ ਰਾਜਾ ਬਿਰਧਰਥ। ਅਵਧ ਗਰਭ ਜਬ ਪੂਰਨ ਭਈ। ਤੇ ਜਦੋਂ ਗਰਭ ਦੀ ਅਵਧੀ, ਗਰਭ ਦਾ ਸਮਾਂ ਪੂਰਨ ਹੋਇਆ, 9-10 ਮਹੀਨੇ ਜਦੋਂ ਪੂਰੇ ਹੋ ਗਏ, ਜਨਮੇ ਪੁੱਤਰ ਦੋਹਨ ਗਤ ਨਹੀਂ। ਦੋਵਾਂ ਰਾਣੀਆਂ ਦੇ ਘਰ ਪੁੱਤਰ ਪੈਦਾ ਹੋਏ, ਪਰ ਦੁਨੀਆ ਨਾਲੋਂ ਵੱਖਰਾ ਕੌਤਕ ਸੀਗਾ। ਨਈ ਗੱਲ ਸੀ, ਨਵੀਂ ਗੱਲ ਸੀ, ਜਿਹੜੀ ਕੋਈ ਸੋਚ ਵੀ ਨਹੀਂ ਸੀ ਸਕਦਾ। ਅਰਧ ਜਨਮੇ ਤਨ ਦੋਏ। ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਲ ਦੇ 2 ਟੋਟੇ ਕੀਤੇ ਸਨ, ਅੱਧਾ ਇੱਕ ਰਾਣੀ ਨੇ, ਅੱਧਾ ਦੂਜੀ ਰਾਣੀ ਨੇ ਛਕਿਆ ਸੀ। ਦੋਵਾਂ ਰਾਣੀਆਂ ਦੇ ਪੇਟ ਤੋਂ ਬੱਚੇ ਦਾ ਅੱਧਾ ਸਰੀਰ ਪ੍ਰਗਟ ਹੋਇਆ। ਇੱਕ ਰਾਣੀ ਦੇ ਪੇਟ ਤੋਂ ਬੱਚਾ ਹੋਇਆ, ਉਹਦੀ ਇੱਕ ਲੱਤ, ਇੱਕ ਬਾਂਹ, ਇੱਕ ਅੱਖ, ਇੱਕ ਕੰਨ, ਸਿਰ ਤੋਂ ਲੈ ਕੇ ਪੈਰ ਤੱਕ ਇੱਕ ਹਿੱਸਾ ਸੀਗਾ। ਦੂਜੀ ਰਾਣੀ ਦੇ ਬੱਚਾ ਹੋਇਆ, ਖੱਬੇ ਵਾਲਾ ਪਾਸਾ ਸੀਗਾ, ਇੱਕ ਕੰਨ ਸੀ, ਇੱਕ ਅੱਖ ਸੀ, ਇੱਕ ਬਾਂਹ ਸੀ, ਇੱਕ ਲੱਤ ਸੀ। ਇੱਦਾਂ ਉਹ 2 ਹਿੱਸਿਆਂ ਵਿੱਚ ਬੱਚੇ ਪੈਦਾ ਹੋਏ। ਦਿਰਕਤ ਨਾਰ ਬਿਸਮ ਰਹੀ ਹੋਏ। ਦਾਈਆਂ ਵੀ ਹੈਰਾਨ ਪਰੇਸ਼ਾਨ ਤੇ ਰਾਣੀਆਂ ਵੀ ਦੇਖ ਕੇ ਬੜੀਆਂ ਹੈਰਾਨ ਹੋਈਆਂ। ਅਹ ਖੰਡ ਦੋ ਏਕੋ ਗਾਤ। ਕਹਿੰਦੇ ਸਰੀਰ ਬਿਲਕੁਲ ਇੱਕੋ ਜਿਹਾ, ਦੋਵਾਂ ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਰਾਣੀ ਦੇ ਪੇਟ ਤੋਂ ਅੱਧਾ ਪੈਦਾ ਹੋਇਆ ਤੇ ਅੱਧਾ ਦੂਜੀ ਰਾਣੀ ਦੇ ਪੇਟ 'ਚੋਂ ਪੈਦਾ ਹੋਇਆ। ਤਾਂ ਕੋ ਜਾਣਿਓ ਭਾ ਉਤਪਾਤ। ਜਦੋਂ ਦਾਈਆਂ ਨੇ ਵੇਖਿਆ, ਸਾਰੇ ਮਹਿਲ 'ਚ ਰੌਲਾ ਪੈ ਗਿਆ। ਰਾਜੇ ਨੂੰ ਪਤਾ ਲੱਗਾ, ਕਹਿੰਦੇ ਬੜਾ ਉਤਪਾਤ ਹੋਇਆ, ਕੋਈ ਬਹੁਤ ਵੱਡਾ ਕਸ਼ਟ ਆ ਗਿਆ, ਜਿਹੜਾ ਇਹ ਸਾਡੇ ਪਰਿਵਾਰ ਵਿੱਚ ਬੜੀ ਉਮੀਦ ਬਣੀ ਸੀ ਵੀ ਰਾਜੇ ਦੇ ਘਰ ਪੁੱਤਰ ਹੋਵੇਗਾ। ਕੁਦਰਤ ਰੱਬ ਦੀ ਬੱਚਾ ਹੋਇਆ ਵੀ, ਤੇ ਉਹ 2 ਟੋਟਿਆਂ 'ਚ ਵੰਡਿਆ ਹੋਇਆ। 2 ਰਾਣੀਆਂ ਦੇ ਪੇਟ ਤੋਂ 2 ਪੁੱਤਰ ਹੋਣ ਦੀ ਬਜਾਏ ਤੇ ਇੱਕੋ ਹੀ ਹੋਇਆ ਸਮਝੋ, ਪਰ ਉਹ ਵੀ 2 ਹਿੱਸਿਆਂ ਵਿੱਚ ਨਾ ਹੋਣ ਵਰਗਾ। ਉਹ ਤਾਂ ਮਰਿਆ ਹੋਇਆ ਸਰੀਰ ਹੈ। ਅੰਬਰ ਬਿਖੈ ਲਪੇਟਿਓ ਤਾਹੇ। ਹੁਣ ਕੁਛ ਨਹੀਂ ਕਰ ਸਕਦੇ। ਜੋ ਵਾਹਿਗੁਰੂ ਦਾ ਪਰਮਾਤਮਾ ਦਾ ਭਾਣਾ ਮੰਨਣਾ ਹੀ ਪੈਣਾ ਸੀ। ਦੋਵਾਂ ਟੋਟਿਆਂ ਨੂੰ ਕੱਪੜਿਆਂ 'ਚ ਲਪੇਟਿਆ ਹੈ। ਗੇਰੋ ਬਹਿਰ ਬਿਲੋਕੋ ਨਾਹੇ। ਵੇਖਣ ਵਾਲੀ ਚੀਜ਼ ਹੀ ਕੋਈ ਨਹੀਂ, ਵੇਖਿਆ ਡਰ ਲੱਗਦਾ। ਅੱਧੀ ਲੱਤ, ਇੱਕ ਹਿੱਸਾ, ਇੱਕ ਬਾਂਹ, ਇੱਕ ਅੱਖ, ਇੱਕ ਕੰਨ, ਦੂਜੇ ਪਾਸਿਓਂ ਜਿਵੇਂ ਕਿਸੇ ਨੂੰ ਵਿੱਚੋਂ ਚੀਰਿਆ ਹੁੰਦਾ, ਇੱਦਾਂ। ਇਹ ਜਦੋਂ 2 ਟੁਕੜੇ ਬੱਚੇ ਦੇ ਕੱਪੜੇ 'ਚ ਲਪੇਟ ਕੇ ਬਾਹਰ ਕਿਤੇ ਰੂੜੀਆਂ ਵਿੱਚ ਸੁੱਟ ਆਏ ਹਨ। ਇੱਕ ਤੀਏ ਨੇ ਲੈ ਬਾਹਰ ਡਾਰਿਓ। ਇੱਕ ਦਾਈ ਨੂੰ ਕਿਹਾ ਤੂੰ ਜਾ ਸੁੱਟਿਆ। ਮਾਸ ਦੇ ਲੋਥੜੇ ਹੀ ਸਨ, ਕਿਉਂ ਵੇਖਣ ਨੂੰ ਜੀ ਨਹੀਂ ਸੀ ਕਰਦਾ, ਡਰ ਲੱਗਦਾ ਸੀ ਵੇਖਿਆ। ਤੋ ਉਸ ਦੋਵਾਂ ਹਿੱਸਿਆਂ ਨੂੰ ਇੱਕ ਦਾਈ, ਇੱਕ ਬੀਬੀ, ਇੱਕ ਨੌਕਰਾਣੀ ਗਈ, ਉਹ ਲਪੇਟ ਕੇ ਕੱਪੜਿਆਂ 'ਚ ਬਾਹਰ ਕਿਤੇ ਦੂਰ ਸੁੱਟ ਆਈ। ਜਰਾ ਰਾਖਸੀ ਗਿਰਤ ਨਿਹਾਰਿਓ। ਉੱਥੇ ਰਾਜੇ ਬਿਰਧਰਥ ਦੇ ਰਾਜ ਵਿੱਚ ਇੱਕ ਰਾਖਸ਼ਣੀ ਰਹਿੰਦੀ ਸੀ, ਜਿਹੜੀ ਬਹੁਤ ਹੀ ਭਿਆਨਕ ਸਰੂਪ ਵਾਲੀ, ਤੇ ਗਲੀਆਂ ਵਿੱਚ ਰੁਲਦੀ ਰਹਿੰਦੀ ਸੀ। ਤੇ ਜੋ ਵੀ ਕਿਤੋਂ ਗੰਦ ਕਬਾੜ ਮਿਲਦਾ ਸੀ, ਮਾਸ ਵਗੈਰਾ, ਉਹ ਚੱਕ ਕੇ ਖਾ ਲੈਂਦੀ ਸੀ। ਮਰੇ ਹੋਏ ਜਾਨਵਰਾਂ ਨੂੰ ਵੀ ਖਾ ਲੈਂਦੀ ਸੀ। ਇੱਦਾਂ ਦੀ ਉਹਦੀ ਬਿਰਤੀ ਸੀ। ਉਹਦਾ ਨਾਮ ਸੀ ਜਰਾ ਰਾਖਸ਼ੀ। ਉਹ ਜਰਾ ਨਾਮ ਦੀ ਰਾਖਸ਼ਣੀ ਨੇ ਜਦੋਂ ਵੇਖਿਆ, ਗਈ ਸ਼ੀਘਰ ਭਖਿਅਨ ਕੇ ਕਾਰਨ। ਉਹਨੇ ਵੇਖਿਆ ਕੋਈ ਮਾਸ ਹੈ, ਖਾਣ ਵਾਲੀ ਚੀਜ਼ ਹੈ। ਉਹ ਖਾਣ ਵਾਸਤੇ ਉਹਨੂੰ ਭੁੱਖ ਲੱਗੀ ਸੀ, ਉਸ ਰੂੜੀ ਤੇ ਗਈ ਹੈ। ਆਮਖ ਸ਼੍ਰੋਣਤ ਕਰਤ ਆਹਾਰਨ। ਕਿਉਂਕਿ ਉਹ ਮਾਸ ਖਾਂਦੀ ਸੀ, ਲਹੂ ਪੀਂਦੀ ਸੀ, ਰਾਖਸ਼ੀ ਬਿਰਤੀ ਸੀ ਉਹਦੀ। ਉਸਨੇ ਆਖਿਆ ਵੀ ਜੋ ਵੀ ਕੋਈ ਮਰਿਆ ਬੱਚਾ ਸੁੱਟ ਗਏ ਨੇ ਆਪਾਂ ਖਾਵਾਂਗੇ। ਤੋ ਜਰਾ ਰਾਖਸ਼ੀ ਮਰੇ ਹੋਏ ਬੱਚੇ ਨੂੰ ਚੱਕਣ ਵਾਸਤੇ
ਗਈ ਹੈ। ਆਮਿਕ ਸ਼੍ਰੋਣਤ ਕਰਤ ਆਹਾਰਨ ਕਿਉਂਕਿ ਉਹ ਮਾਸ ਖਾਂਦੀ ਤੇ ਲਹੂ ਪੀਂਦੀ ਸੀ। ਦੇਖਿਓ ਤੇ ਉਠਾਏ ਕੈ ਜਬੈ ਉਹਨੇ ਜਦੋਂ ਜਾ ਕੇ ਉਹ ਦੋ ਟੋਟਿਆਂ ਦੇ ਵਿੱਚ ਕੱਪੜੇ 'ਚ ਲਪੇਟਿਆ ਹੋਇਆ ਬੱਚਾ ਜਾ ਕੇ ਵੇਖਿਆ, ਅਚਰਜ ਭਈ ਨਹੀਂ ਕਤ ਸਬੈ ਉਹਨੂੰ ਵੇਖ ਕੇ ਉਹ ਵੀ ਹੈਰਾਨ ਹੋਈ। ਉਹ ਵੀ ਬੜੀ ਵੀ ਇਹ ਕੀ ਹੈ, ਬੱਚਾ ਚਲੋ ਮਰਿਆ ਹੋਵੇ ਕਿਸੇ ਦਾ, ਕੋਈ ਸੁੱਟ ਜਾਵੇ, ਕੋਈ ਦੱਬ ਜਾਵੇ। ਅੱਗੇ ਵੀ ਇਦਾਂ ਦੇ ਉਹ ਕੰਮ ਕਰਦੀ ਸੀ, ਜੇ ਕੋਈ ਬੱਚਾ ਦੱਬਿਆ ਹੁੰਦਾ ਸੀ ਕੱਢ ਕੇ ਖਾ ਲੈਂਦੀ ਸੀ, ਕੋਈ ਜਾਨਵਰ ਮਰਿਆ ਉਹ ਖਾ ਲੈਂਦੀ ਸੀ। ਇੱਦਾਂ ਦੀ ਉਹਦੀ ਬਿਰਤੀ ਸੀਗੀ, ਤਾਮਸੀ ਬਿਰਤੀ, ਮਹਾਂ ਤਾਮਸੀ ਬਿਰਤੀ ਸੀ। ਜਰਾ ਰਾਖਸ਼ੀ ਨੇ ਅੱਜ ਨਵਾਂ ਹੀ ਕੌਤਕ ਵੇਖਿਆ। ਬੱਚਾ ਵੀ ਹੈ ਨਵ ਜਨਮਿਆ ਹੋਇਆ, ਪਰ ਇੱਕ ਪਾਸੇ ਇੱਕ ਲੱਤ, ਇੱਕ ਬਾਂਹ, ਇੱਕ ਅੱਖ, ਇੱਕ ਕੰਨ, ਦੂਜੇ ਪਾਸੇ ਦੂਜਾ ਹੈ। ਇਹ ਵਿੱਚੋਂ ਚੀਰਿਆ ਹੋਇਆ ਬੱਚਾ ਵੇਖ ਕੇ ਬੜ ਬਲ ਸੋ ਗਹਿ ਭਾਰੀ ਭਾਰ ਉਹਨੇ ਚੁੱਕਿਆ ਤੇ ਉਹ ਭਾਰ ਹੀ ਬੜਾ ਸੀ, ਕਿਉਂਕਿ ਰਿਸ਼ੀ ਨੇ ਕਿਹਾ ਸੀ ਨਾ, ਚੰਦਰਕ ਰਿਸ਼ੀ ਨੇ, ਵੀ ਬੜਾ ਬਲੀ ਹੋਵੇਗਾ, ਬੜਾ ਭਾਰੀ ਜਰਨੈਲ ਯੋਧਾ ਹੋਵੇ। ਉਹ ਬੱਚਾ ਚੁੱਕਿਆ ਤੇ ਚੁੱਕਿਆ ਨਾ ਜਾਵੇ। ਕਹਿੰਦੇ ਬੜੇ ਬਲ ਨਾਲ, ਬੜੇ ਜ਼ੋਰ ਨਾਲ ਉਹ ਬੱਚੇ ਦੇ ਦੋ ਟੁਕੜੇ ਜਿਹੜੇ ਸੀ ਉਹਦੀ ਲਾਸ਼ ਦੇ, ਉਹ ਜਰਾ ਰਾਖਸ਼ੀ ਨੇ ਚੁੱਕੇ ਹਨ। ਭਾਰਾ ਸਰੀਰ ਸੀ ਬੱਚੇ ਦਾ। ਜੋਰਦ ਭਈ ਜਰਾ ਤਿਸ ਬਾਰ ਤੇ ਆਪਣੇ ਕੰਤੂ ਹਲਵਾਸੀ, ਜਿਵੇਂ ਕੋਈ ਬੱਚਾ, ਕੋਈ ਬੰਦਾ ਮੌਜ ਨਾਲ ਹੀ ਕੋਈ ਕੰਮ ਕਰਨ ਲੱਗ ਜਾਂਦਾ, ਉਹਦਾ ਕੋਈ ਪ੍ਰਯੋਜਨ ਨਹੀਂ ਹੁੰਦਾ, ਐਵੇਂ ਹੀ ਬੈਠਾ ਬੈਠਾ ਉਹਨੇ ਰਾਖਸ਼ਨੀ ਨੇ ਖਾਣ ਤੋਂ ਪਹਿਲਾਂ ਉਹਨੂੰ ਇੱਦਾਂ ਜੋੜ ਕੇ ਵੇਖਣਾ ਚਾਹਿਆ। ਜਿਹੜਾ ਉਹਦਾ ਸੱਜਾ ਪਾਸਾ ਸੀ ਉਹ ਸੱਜੇ ਪਾਸੇ ਰੱਖ ਕੇ, ਖੱਬਾ ਖੱਬੇ, ਤੇ ਇੱਦਾਂ ਉਹਨਾਂ ਨੂੰ ਵੇਖਿਆ ਜੋੜ ਕੇ ਵੀ ਇਹ ਵਿੱਚੋਂ ਚੀਰਿਆ ਹੈ ਜਾਂ ਕੀ ਹੋਇਆ ਹੈ। ਏਕ ਨੈਣ ਕਰ ਪਦ ਇੱਕ ਕਾਨ ਇੱਕ ਅੱਖ, ਇੱਕ ਲੱਤ, ਇੱਕ ਕੰਨ, ਇੱਕ ਬਾਂਹ ਇੱਕ ਪਾਸੇ ਸੀ। ਪਰਿਹੁ ਤੋ ਜੇ ਥਾਨ ਭਿਆਨ ਭਿਆਨਕ ਡਰਾਉਣਾ ਲੱਗਦਾ ਸੀ ਉਹ ਬੱਚਾ ਦੇਖਣ ਨੂੰ। ਕਿਉਂ ਇੱਦਾਂ ਵਿੱਚੋਂ ਚੀਰਿਆ ਕੋਈ ਵੀ ਬੰਦਾ ਹੋਵੇ, ਕੋਈ ਜਾਨਵਰ ਹੋਵੇ ਜਾਂ ਕੋਈ, ਤੇ ਉਹ ਬਹੁਤ ਸਾਡੇ ਵੇਖਣ ਵਿੱਚ ਨਹੀਂ ਆ ਸਕਦਾ, ਔਖਾ ਲੱਗਦਾ। ਉਹ ਜਰਾ ਰਾਖਸ਼ੀ ਸੀ, ਭਾਵੇਂ ਰੋਜ਼ ਇੱਦਾਂ ਦੇ ਕੰਮ ਕਰਦੀ ਸੀ, ਪਰ ਉਹ ਵੀ ਇੱਕ ਵਾਰੀ ਤਾਂ ਡਰ ਗਈ। ਇੱਕ ਵਾਰੀ ਤਾਂ ਉਹਦਾ ਵੀ ਮਨ ਗਿਲਾਨੀ ਨਾਲ ਭਰ ਗਿਆ। ਤੇ ਬਲ ਕਰ ਕੈਸੋ ਲਗਾਇਓ ਉਹਨੇ ਹੁਣ ਖਾਣਾ ਤਾਂ ਉਹਨੂੰ ਹੈ ਸੀ, ਉਹਨੇ ਸੋਚਿਆ ਵੀ ਦੇਖਾਂ। ਉਹਨੇ ਖਾਣ ਤੋਂ ਪਹਿਲਾਂ ਨਾ ਦੋਵੇਂ ਹਿੱਸਿਆਂ ਨੂੰ ਜ਼ੋਰ ਨਾਲ ਵਿੱਚ ਇਕੱਠਾ ਕਰਕੇ ਜੋੜ ਦਿੱਤਾ, ਦੱਬ ਦਿੱਤਾ। ਜੀਵਿਓ ਬਾਲਕ ਰੁਦਨ ਸੁਨਾਇਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰਮੇਸ਼ਰ ਦੀ ਖੇਡ ਐਸੀ, ਜਦੋਂ ਰਾਖਸ਼ਣੀ ਨੇ ਬੱਚੇ ਦੇ ਦੋ ਪਾਰਟ ਆਪਸ ਵਿੱਚ ਜੋੜੇ, ਉਹ ਬੱਚਾ ਜਿੰਦਾ ਹੋ ਗਿਆ। ਪਰਮੇਸ਼ਰ ਨੇ ਉਹਦੇ 'ਚ ਜਾਨ ਪਾ ਦਿੱਤੀ ਤੇ ਰੋਣ ਲੱਗ ਪਿਆ। ਸ਼ਬਦ ਭਇਓ ਜਿਮ ਘਨ ਕਰ ਜਨਤਾ ਤੇ ਰੋਇਆ ਵੀ ਇੰਨਾ ਉੱਚਾ, ਕਿਉਂਕਿ ਉਹ ਹੈ ਹੀ ਬੜਾ ਬਲੀ ਸੀ। ਇੱਦਾਂ ਉਹਦੀ ਆਵਾਜ਼ ਆਈ ਜਿਵੇਂ ਬੱਦਲ ਗਰਜਦਾ ਹੈ, ਬੜੀ ਉੱਚੀ ਆਵਾਜ਼ ਵਿੱਚ ਉਹ ਰੋਇਆ। ਉਹਦੀ ਆਵਾਜ਼ ਇੱਦਾਂ ਸੁਣਾਈ ਦਿੱਤੀ ਜਿਵੇਂ ਆਕਾਸ਼ 'ਚ ਬੱਦਲ ਗਰਜਿਆ ਹੋਵੇ। ਨਗਰ ਲੋਕ ਸੁਣ ਚਿੰਤ ਕਰੰਤਾ ਨਗਰ ਦੇ ਲੋਕਾਂ ਨੇ ਸੁਣਿਆ, ਉਹ ਸਾਰੇ ਚਿੰਤਾ 'ਚ ਹੋ ਗਏ। ਜਰਾ ਰਾਖਸ਼ੀ ਅਚਰਜ ਮਾਨਿਓ ਤੇ ਜਰਾ ਰਾਖਸ਼ੀ ਵੀ ਬੜੀ ਹੈਰਾਨ ਹੋਈ ਵੀ ਇਹ ਤਾਂ ਲੋਥੜਾ ਸੀ ਤੇ ਮੈਂ ਇਹਨੂੰ ਹੱਥ ਜੋੜਿਆ ਤੇ ਜਿੰਦਾ ਹੋ ਗਿਆ। ਇਹ ਵੀ ਨਵੀਂ ਗੱਲ ਹੈ, ਕਿਉਂਕਿ ਪਹਿਲੀ ਗੱਲ ਹੈ ਵੀ ਉਹ ਬੱਚਾ ਦੇਖਣ ਵਿੱਚ ਹੀ ਦੋ ਹਿੱਸਿਆਂ 'ਚ ਬੜਾ ਅਜੀਬੋ ਗਰੀਬ ਸੀ, ਚੀਰਿਆ ਵਿੱਚੋਂ ਹੁੰਦਾ ਜਿਵੇਂ। ਫਿਰ ਉਹਨੇ ਜਿਹਨੂੰ ਜੋੜਿਆ ਜ਼ੋਰ ਲਾ ਕੇ ਤੇ ਉਹ ਜਿੰਦਾ ਹੋ ਗਿਆ। ਉਹ ਹੋਰ ਹੈਰਾਨੀ ਉਹਦੀ ਵੱਧ ਗਈ। ਫਿਰ ਉਹ ਰੋਇਆ ਇੱਦਾਂ ਵੀ ਜਿਵੇਂ ਬਹੁਤ ਉੱਚੇ ਬੱਦਲ ਗਰਜਦੇ, ਬਿਜਲੀ ਕੜਕਦੀ ਹੈ। ਉਹਦੀ ਆਵਾਜ਼ ਵੀ ਦੂਰ ਤਾਈਂ ਗਈ। ਤੋ ਜਿਹੜੀ ਉਹ ਰਾਖਸ਼ੀ ਸੀ ਉਹ ਬੜੀ ਹੈਰਾਨ ਹੋਈ ਹੈ। ਭਾਈ ਚਿੱਤਰ ਸਮ ਤੂਸਨ ਠਾਨਿਓ ਉਹ ਤਾਂ ਇੱਦਾਂ ਜਿਵੇਂ ਕੋਈ ਪੱਥਰ ਦੀ ਮੂਰਤੀ ਬਣ ਜਾਂਦੀ ਹੈ ਜਾਂ ਕੋਈ ਤਸਵੀਰ ਬਣ ਜਾਂਦੀ, ਇੱਦਾਂ ਉਹ ਵਿਚਾਰੀ ਨਾ ਸੁੰਨ-ਮੁੰਨ ਹੋ ਗਈ ਰਾਖਸ਼ੀ ਵੀ। ਜਰਾ ਉਠਾਏ ਰਹੀ ਨਹਿ ਹਾਲਿਓ ਬੱਚਾ ਰੂੜੀ ਤੇ ਪਿਆ ਤੇ ਰੋ ਰਿਹਾ ਤੇ ਉਹਨੂੰ ਚੁੱਕਣਾ ਚਾਹੁੰਦੀ, ਉਹ ਚੁੱਕਿਆ ਨਹੀਂ ਜਾਂਦਾ, ਹਲਦਾ ਨਹੀਂ, ਉਹ ਐਡਾ ਭਾਰੀ ਹੈ। ਸਗਰੋ ਆਪਣੋ ਓਜ ਸੰਭਾਲਿਓ ਫਿਰ ਜਰਾ ਰਾਖਸ਼ੀ ਨੇ ਆਪਣਾ ਪੂਰਾ ਜ਼ੋਰ ਲਾਇਆ। ਬੜੋ ਸ਼ਬਦ ਸੁਨ ਊਚ ਅਰ ਨੀਚ ਜਦੋਂ ਬੱਚਾ ਉੱਚਾ ਰੋਇਆ, ਉੱਚੀ ਆਵਾਜ਼ ਵਿੱਚ ਉਹ ਗਰਜਿਆ, ਉਹਦੀ ਆਵਾਜ਼ ਸ਼ਹਿਰ ਦੇ ਗਰੀਬ ਅਮੀਰ, ਵੱਡੇ ਛੋਟੇ ਸਭ ਨੂੰ ਸੁਣਾਈ ਦਿੱਤੀ। ਤਾਏ ਪਰਿਓ ਰੋਰਪੁਰ ਬੀਚ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਵੀ ਜਰਾ ਰਾਖਸ਼ੀ ਨੇ ਜਿਹੜਾ ਬੱਚਾ ਰਾਜੇ ਬਿਰਧਰਥ ਨੇ ਸੁੱਟਿਆ ਸੀ,
ਉਹ ਬੱਚਾ ਜਿਹੜਾ ਸੀ ਜਰਾ ਨੇ ਜੋੜ ਦਿੱਤਾ, ਉਹ ਜਿੰਦਾ ਹੋ ਗਿਆ। ਜਰਾ ਰਾਖਸ਼ੀ ਕੋ ਤਹ ਵਰਜਿਓ। ਕਹਿੰਦੇ ਲੋਕ ਭੱਜ ਕੇ ਆ ਗਏ, ਰਾਜੇ ਦੀ ਫੌਜ ਆ ਗਈ, ਬਰਛੇ ਲੈ ਕੇ। ਉਹਨਾਂ ਨੇ ਉਹ ਜਰਾ ਰਾਖਸ਼ੀ ਨੂੰ ਰੋਕਿਆ, ਪਰੇ ਹੋ ਤੂੰ। ਉਹ ਬੱਚਾ ਰੋਂਦਾ ਪਿਆ ਰੂੜੀ ਤੇ, ਉਹਨਾਂ ਨੇ ਜਰਾ ਰਾਖਸ਼ੀ ਨੂੰ ਤਾਂ ਪਰੇ ਹਟਾ ਦਿੱਤਾ। ਨਿਰਭ ਕੇ ਪਟਨ ਕ੍ਰੋਧ ਕਰ ਤਰਜਿਓ। ਰਾਜੇ ਬਿਰਧ ਰਥ ਦੇ ਸਿਪਾਹੀਆਂ ਨੇ ਝਿੜਕਿਆ, ਬਰਛੇ ਦਿਖਾਏ, ਡਰਾਇਆ ਜਰਾ ਰਾਖਸ਼ੀ ਨੂੰ, ਤੇ ਬੱਚਾ ਖੋਹ ਲਿਆ ਉਹਦੇ ਕੋਲੋਂ। ਲਿਓ ਉਠਾਏ ਬਹੁਤ ਨੇ ਮਿਲ ਕਰ। ਤੇ ਕਹਿੰਦੇ ਉਹ ਚੁੱਕਿਆ ਨਾ ਜਾਵੇ, ਇੱਕ ਬੰਦੇ ਕੋਲੋਂ ਤਾਂ ਚੁੱਕਿਆ ਨਹੀਂ ਜਾਂਦਾ, ਨਿੱਕਾ ਜਿਹਾ ਬੱਚਾ ਐਡਾ ਭਾਰੀ ਸੀਗਾ। ਕਹਿੰਦੇ 2-4 ਬੰਦਿਆਂ ਨੇ ਰਲ ਕੇ ਚੁੱਕਿਆ ਉਸ ਨੂੰ, ਲੈ ਕਰ ਪਹੁੰਚੇ ਭੂਪਤ ਕੇ ਘਰ। ਤੇ ਬੱਚੇ ਨੂੰ ਲੈ ਕੇ ਰਾਜੇ ਬਿਰਧ ਰਥ ਦੇ ਕੋਲ ਪਹੁੰਚੇ। ਜਰਾ ਗਈ ਮਹਿ ਪਾਲਕ ਪਾਸ। ਪਿੱਛੇ ਪਿੱਛੇ ਜਰਾ ਵੀ ਪਹੁੰਚ ਗਈ। ਉਹ ਕਹਿਣ ਲੱਗੀ ਇਹ ਬੱਚਾ ਮੇਰਾ ਹੈ, ਮੈਂ ਇਹਨੂੰ ਜੋੜਿਆ ਹੈ। ਹੇ ਨ੍ਰਿਪ ਤੁਮਰੇ ਪੁਰ ਮਮ ਵਾਸ। ਕਹਿਣ ਲੱਗੀ ਹੇ ਰਾਜਾ, ਮੈਂ ਤੇਰੇ ਨਗਰ 'ਚ ਰਹਿੰਦੀ ਹਾਂ, ਮੈਂ ਵੀ ਤੇਰੀ ਪਰਜਾ ਹਾਂ, ਮੈਂ ਤੇਰੇ ਦੇਸ਼ ਦੀ ਵਾਸੀ ਹਾਂ, ਤੇ ਮੇਰਾ ਖਿਆਲ ਰੱਖਣਾ ਤੇਰਾ ਫਰਜ਼ ਹੈ। ਜਾਂ ਤੇ ਬਾਲਕ ਮੈਂ ਲਖ ਪਾਵਾ। ਬੱਚਾ ਮੈਂ ਪਹਿਲਾਂ ਵੇਖਿਆ ਹੈ, ਬੱਚਾ ਮੈਂ ਜੋੜਿਆ ਹੈ, ਬੱਚਾ ਮੇਰੇ ਹੱਥੀਂ ਜਿੰਦਾ ਹੋਇਆ ਹੈ। ਜੋਰ ਦੁਖੰਡ ਆਨ ਜੀ ਪਾਵਾ। ਬੱਚੇ ਦੇ 2 ਟੋਟੇ ਸੀ, ਤੁਸੀਂ ਤਾਂ 60 ਆਏ ਸੀ ਰਾਜਾ, ਤੇਰੀਆਂ ਦਾਈਆਂ ਤੇਰੀਆਂ ਨੌਕਰਾਣੀਆਂ ਰੂੜੀ ਦੇ ਸੁੱਟ ਆਈਆਂ ਸੀ। ਮੈਂ ਉਹਨੂੰ ਖਾਣ ਗਈ ਸੀ, ਪਰ ਜਦੋਂ ਮੈਂ ਉਹਨੂੰ ਜੋੜਿਆ ਤੇ ਉਹ ਬੱਚਾ ਜੀ ਪਿਆ। ਨ੍ਰਿਪ ਨੇ ਹੋਏ ਪ੍ਰਸੰਨ ਸੁਤ ਲੀਨਸ। ਰਾਜੇ ਨੇ ਖੁਸ਼ੀ ਖੁਸ਼ੀ ਬੱਚਾ ਆਪਣੀ ਗੋਦੀ 'ਚ ਲੈ ਲਿਆ, ਮੋਦ ਸਹਿਤ ਦਾਰਾ ਦੋਇ ਦੀਨਸ। ਤੇ ਆਪਣੀਆਂ ਦੋਵਾਂ ਰਾਣੀਆਂ ਨੂੰ ਉਹ ਬੱਚਾ ਦੇ ਦਿੱਤਾ ਵੀ ਇਹ ਤੁਹਾਡਾ ਬੱਚਾ ਹੈ, ਅੱਧਾ ਅੱਧਾ ਦੋਵਾਂ ਦੇ ਪੇਟ ਤੋਂ ਜੋ ਜੰਮਿਆ ਸੀ। ਜਰਾ ਰਾਖਸ਼ੀ ਵਿਦਿਆ ਹੋਏ। ਕਹਿੰਦੇ ਜਰਾ ਰਾਖਸ਼ੀ ਦੀ ਵਿਦਿਆ ਨਾਲ ਜਿੰਦਾ ਹੋਇਆ, ਕਿਉਂਕਿ ਰਾਖਸ਼ੀ ਵਿਦਿਆ ਵੀ ਹੁੰਦੀ ਹੈ ਸਾਧ ਸੰਗਤ, ਜਿਵੇਂ ਬ੍ਰਹਮ ਵਿਦਿਆ ਹੁੰਦੀ ਹੈ ਨਾ, ਇੱਦਾਂ ਰਾਖਸ਼ੀ ਵਿਦਿਆ ਵੀ ਹੁੰਦੀ ਹੈ। ਇਹਨੂੰ ਅਸੁਰ ਵਿਦਿਆ ਵੀ ਕਹਿੰਦੇ ਨੇ, ਤਾਮਸੀ ਵਿਦਿਆ ਵੀ ਕਹਿੰਦੇ ਨੇ, ਕਾਲਾ ਇਲਮ ਵੀ ਇਹਨੂੰ ਕਹਿੰਦੇ ਨੇ। ਕਈ ਤਰ੍ਹਾਂ ਦੀ ਵਿਦਿਆ ਹੁੰਦੀ ਹੈ ਦੁਨੀਆ ਦੇ ਵਿੱਚ, ਹਜ਼ਾਰਾਂ ਕਿਸਮ ਦੀ ਵਿਦਿਆ ਹੈ। ਸੋ ਇਹ ਰਾਖਸ਼ੀ ਵਿਦਿਆ, ਜਰਾ ਰਾਖਸ਼ੀ ਵਿਦਿਆ ਨੇ ਜਿੰਦਾ ਕੀਤਾ ਸੀ। ਗਈ ਚਿੰਤ ਰਾਜੇ ਕੀ ਖੋਏ। ਉਹਨੇ ਰਾਜੇ ਦੀ ਚਿੰਤਾ ਖਤਮ ਕਰਤੀ। ਕਈ ਵਾਰੀ ਮਾੜੀਆਂ ਚੀਜ਼ਾਂ ਵੀ ਚੰਗਾ ਕੰਮ ਕਰ ਦਿੰਦੀਆਂ। ਪਰਮੇਸ਼ਰ ਦੀਆਂ ਖੇਡਾਂ ਦਾ ਕੋਈ ਪਤਾ ਨਹੀਂ ਹੈ। ਜਿਹੜੀਆਂ ਚੀਜ਼ਾਂ ਨੂੰ ਅਸੀਂ ਮਾੜਾ ਕਹਿੰਦੇ ਆ, ਉਹਨਾਂ ਤੋਂ ਮਹਾਰਾਜ ਚੰਗੇ ਕੰਮ ਕਰਾ ਲੈਂਦਾ ਹੈ। ਸੋ ਜਰਾ ਰਾਖਸ਼ੀ ਦੀ ਵਿਦਿਆ ਰਾਜੇ ਬਿਰਧ ਰਥ ਦੇ ਕੰਮ ਆ ਗਈ। ਉਹਦੇ ਘਰ ਪੁੱਤਰ ਨਹੀਂ ਸੀ, ਉਹਨੂੰ ਪੁੱਤਰ ਰਤਨ ਦੀ ਪ੍ਰਾਪਤੀ ਹੋ ਗਈ। ਜਗ ਦਾਨ ਮੰਗਲ ਉਤਸਾਹੂ। ਰਾਜੇ ਨੇ ਬੜੇ ਜਗ ਕੀਤੇ, ਬੜੇ ਦਾਨ ਦਿੱਤੇ। ਕਰਤ ਪਇਓ ਹਿਤ ਸੋ ਨਰ ਨਾਹੂ। ਰਾਜੇ ਨੇ ਬੜੇ ਪਿਆਰ ਨਾਲ ਜਗ ਕਰਾਏ, ਪੰਡਤਾਂ ਨੂੰ ਸੱਦ ਕੇ ਵੇਦਾਂ ਦੇ ਮੰਤਰਾਂ ਦਾ ਪਾਠ ਕਰਾਇਆ। ਜਰਾ ਰਾਖਸੀ ਸੰਧ ਕਰਿਓ ਹੈ। ਹੁਣ ਜਰਾ ਰਾਖਸ਼ੀ ਨੇ ਇਹਨੂੰ ਸੰਧ ਕੀਤਾ ਸੀ। ਸੰਧ ਮੈਨੇ ਜੋੜਨਾ, ਸੰਧੀ ਕੀਤੀ ਸੀ 2 ਹਿੱਸਿਆਂ ਨੂੰ। 2 ਪਾਠ ਜਿਹੜੇ ਉਹਦੇ ਬੱਚੇ ਦੇ ਸਨ, ਉਹਨੇ ਸੰਧ ਕਰਕੇ ਜੋੜ ਕੇ ਉਹਦਾ ਜੀਵਨ ਨਵਾਂ ਸ਼ੁਰੂ ਕੀਤਾ ਸੀ, ਉਹਨੂੰ ਜੀਵਨ ਦਾਨ ਦਿੱਤਾ ਸੀ। ਜਰਾ ਸੰਧ ਇਮ ਨਾਮ ਪਰਿਓ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਬੱਚੇ ਦਾ ਨਾਮ ਜਰਾ ਸੰਧ ਹੋ ਗਿਆ। ਜਰਾ ਸੰਧ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਭਗਵਾਨ ਕ੍ਰਿਸ਼ਨ ਜੀ ਦੇ ਨਾਲ ਜਿਹਦੇ ਯੁੱਧ ਹੋਏ ਹਨ, ਸੋ ਐਸਾ ਉਹ ਬਲੀ ਸੂਰਮਾ ਹੋਇਆ ਹੈ। ਦਿਨ ਦਿਨ ਵਧੈ ਅਦਕ ਬਲ ਧਰੈ। ਦਿਨੋਂ ਦਿਨ ਉਹ ਬੱਚਾ ਜਵਾਨ ਹੋਣ ਲੱਗਾ। ਜਿਉਂ ਜਿਉਂ ਜਵਾਨ ਹੁੰਦਾ, ਦੁੱਗਣਾ ਚੌਗੁਣਾ ਬਲ ਉਹਦਾ ਵੱਧਦਾ ਹੀ ਜਾਂਦਾ ਹੈ। ਨ੍ਰਿਪ ਵਿਸਾਲ ਨ੍ਰਿਪਹੁ ਸਮ ਕਰੈ। ਕਹਿੰਦੇ ਰਾਜਿਆਂ ਵਰਗਾ ਉਹ ਰਾਜਾ, ਮਹਾਰਾਜਿਆਂ ਵਰਗਾ ਉਹ ਮਹਾਰਾਜਾ। ਕਹਿੰਦੇ ਵਿਸ਼ਾਲ ਬਲੀ ਸੀਗਾ ਉਹ। ਜਵਾਨੀ ਵਿੱਚ ਆਉਂਦਿਆਂ ਆਉਂਦਿਆਂ ਤੇ ਉਹ ਦੁਨੀਆ ਦਾ ਲਾਸ਼ਾਨੀ ਯੋਧਾ ਬਣ ਗਿਆ। ਮਹਾਬਾਹੋ ਆਯੁਧ ਜੇ ਛਾਤੀ। ਚੌੜੀ ਛਾਤੀ, ਲੰਮੀਆਂ ਲੰਮੀਆਂ ਬਾਹਾਂ, ਊਂਠ ਹਾਥੀ ਦੀ ਸੁੰਡ ਵਰਗੀਆਂ, ਅਤੇ ਬਹੁਤ ਬਲੀ ਸਰੀਰ ਸੀ ਉਸਦਾ। ਸਭ ਲੱਛਣ ਸੁੰਦਰ ਸਭ ਭਾਂਤੀ। ਸਾਰੇ ਸਰੀਰ ਦੇ ਲੱਛਣ ਬੜੇ ਸੋਹਣੇ, ਸੋਹਣਾ ਜਵਾਨ ਨਿਕਲਿਆ। ਬੀਤਦ ਭਇਓ ਜਬੈ ਚਿਰ ਕਾਲ। ਜਦੋਂ ਸਮਾਂ ਬੀਤਿਆ, ਕਈ ਸਾਲ ਬੀਤ ਗਏ। ਸੁਨ ਕੈ ਸੋਰਿਖ ਅਖਿਲ ਹਵਾਲ। ਕਹਿੰਦੇ ਚੰਦਰਕ ਰਿਸ਼ੀ ਨੂੰ ਪਤਾ ਲੱਗਾ ਵੀ ਰਾਜੇ ਬਿਰਧ ਰਥ ਦੇ ਘਰ ਜਿਹੜਾ ਮੈਂ ਅੰਬ ਦਾ ਫਲ ਦਿੱਤਾ ਸੀ,
ਇੱਕ ਪੁੱਤਰ ਹੋਇਆ ਹੈ। ਇਸੀ ਦੇਸ ਚਲ ਆਇਓ ਸੋਏ। ਸੋ ਚੰਦਰਕ ਮੁਨੀ ਘੁੰਮਦਾ ਘੁਮਾਉਂਦਾ ਹੋਇਆ ਇਸ ਦੇਸ਼ ਵਿੱਚ ਆ ਗਿਆ। ਰਾਜੇ ਬਿਰਧਰਥ ਨੂੰ ਆ ਕੇ ਮਿਲਿਆ। ਦੇਖਨ ਹਿਤ ਨ੍ਰਿਪ ਕੋ ਸੁਤ ਜੋਏ। ਨਾਲੇ ਰਾਜੇ ਦੇ ਪੁੱਤਰ ਦੇ ਦਰਸ਼ਨ ਕਰਾਂਗੇ ਜੋ ਕਹਿੰਦੇ ਬੜਾ ਬਲੀ ਹੋਇਆ, ਮੇਰੇ ਵਰ ਨਾਲ ਹੋਇਆ। ਨਾਲੇ ਰਾਜੇ ਨੂੰ ਮਿਲਾਂਗੇ। ਇਸ ਕਰਕੇ ਮੁਨੀ ਜੀ ਆਪਣੀ ਮੌਜ ਵਿੱਚ ਹੀ ਆ ਗਏ। ਸੁਨਤ ਭੂਪ ਨੇ ਸੁਖ ਕੋ ਮਾਨਾ। ਰਾਜੇ ਨੂੰ ਪਤਾ ਲੱਗਾ ਚੰਦਰਕ ਮੁਨੀ ਜੀ ਆ ਰਹੇ ਨੇ। ਰਾਜਾ ਬੜਾ ਖੁਸ਼ ਹੋਇਆ। ਪੂਜਨ ਕੀ ਲੈ ਸੌਜ ਮਹਾਨਾ। ਪੂਜਨ ਦੀ ਸਮੱਗਰੀ ਲੈ ਕੇ ਦਉ ਭਾਰ ਜਾ ਲੈ ਕਰ ਸਾਥ। ਆਪਣੀਆਂ ਦੋਵੇਂ ਰਾਣੀਆਂ ਨਾਲ ਲੈ ਕੇ ਦੇਖ ਕੇ ਚਰਨ ਧਰਿਓ ਨਿਜ ਮਾਥ। ਜਾ ਕੇ ਮਹਾਂਪੁਰਸ਼ਾਂ ਨੂੰ ਮਿਲਿਆ, ਸਵਾਗਤ ਕੀਤਾ। ਅੱਗੋਂ ਦੀ ਮੱਥਾ ਟੇਕਿਆ। ਰਾਣੀਆਂ ਨੇ ਵੀ ਚਰਨਾਂ ਵਿੱਚ ਬਿਨਾ ਪਤੀ ਸਾਦਰ ਬੈਠਾਇਓ। ਬੜੇ ਸਤਿਕਾਰ ਨਾਲ ਸਾਧੂ ਮਹਾਂਪੁਰਸ਼ ਸੰਤ ਚੰਦਰਕ ਮੁਨੀ ਜੀ ਨੂੰ ਬਿਠਾਇਆ ਹੈ। ਵੱਡੇ ਭਾਗ ਹਮ ਦਰਸ਼ਨ ਪਾਇਓ। ਮਹਾਰਾਜ ਸਾਡੇ ਵੱਡੇ ਭਾਗ ਆਪ ਜੀ ਨੇ ਸਾਨੂੰ ਘਰ ਆ ਕੇ ਦਰਸ਼ਨ ਦਿੱਤੇ ਹਨ। ਮੋਹ ਪਰ ਕਿਰਪਾ ਵਿਸਾਲ ਤੁਮਾਰੀ। ਹੇ ਮਹਾਂਪੁਰਸ਼ੋ, ਤੁਹਾਡੀ ਕਿਰਪਾ ਮੇਰੇ ਤੇ ਬਹੁਤ ਜ਼ਿਆਦਾ ਹੋਈ ਹੈ। ਦਿਓ ਪੁੱਤਰ ਜੋਧਾ ਬਲ ਧਾਰੀ। ਤੁਸੀਂ ਮੈਨੂੰ ਬੜਾ ਬਲੀ ਸੂਰਬੀਰ ਯੋਧਾ ਪੁੱਤਰ ਦਿੱਤਾ ਹੈ। ਅਬ ਇਹ ਰਾਜ ਆਪ ਹੀ ਕਰੀਐ। ਇਹ ਮਹਾਂਪੁਰਸ਼ੋ, ਇਹ ਪੁੱਤਰ ਵੀ ਤੁਹਾਡਾ ਹੈ, ਇਹ ਰਾਜ ਵੀ ਤੁਹਾਡਾ ਹੈ, ਮੈਂ ਵੀ ਤੁਹਾਡਾ ਹਾਂ। ਇਹ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ। ਕਿਰਪਾ ਕਰੋ ਮਹਾਰਾਜ, ਇਹ ਰਾਜ ਤੁਸੀਂ ਕਰੋ, ਮੈਂ ਰਾਜ ਤੁਹਾਨੂੰ ਦਿੰਦਾ ਹਾਂ। ਹਮ ਸਭ ਹਨ ਕੋ ਆਸ਼ਾ ਥਿਰੀਐ ਹੈ। ਅਸੀਂ ਤੁਹਾਡੇ ਆਸਰੇ ਤੇ ਜੀਣ ਵਾਲੇ ਹਾਂ। ਤੁਸੀਂ ਸਾਡੇ ਰਾਜੇ, ਅਸੀਂ ਤੁਹਾਡੀ ਪ੍ਰਜਾ ਹਾਂ। ਏਦਾਂ ਰਾਜੇ ਬਿਰਧਰਥ ਨੇ ਬੜੀ ਨਿਮਰਤਾ ਨਾਲ ਚੰਦਰਕ ਮੁਨੀ ਦੇ ਚਰਨਾਂ 'ਚ ਬੇਨਤੀ ਕੀਤੀ। ਕਹੈ ਰਖੀਸ਼ਵਰ ਸੁਨੋ ਨਰੇਸ਼। ਕਹਿਣ ਲੱਗੇ ਰਿਸ਼ੀ ਮਹਾਂਪੁਰਸ਼ ਚੰਦਰਕ ਮੁਨੀ ਜੀ ਬੋਲੇ, ਹੇ ਰਾਜਾ ਬਿਰਧਰਥ ਸੁਣੋ। ਤਮ ਹੀ ਕੋ ਸੋਵਤ ਸਭ ਦੇਸ਼। ਇਹ ਰਾਜ ਭਾਗ ਸਾਡੇ ਸੰਤਾਂ ਦੇ ਕੰਮ ਨਹੀਂ ਹੈ। ਅਸੀਂ ਤਾਂ ਪਰਮੇਸ਼ਰ ਦੀ ਭਗਤੀ ਕਰਨੀ ਹੈ। ਰਾਜ ਭਾਗ ਤੁਹਾਨੂੰ ਛਤਰੀਆਂ ਨੂੰ, ਸੂਰਬੀਰਾਂ ਨੂੰ ਹੀ ਸੋਭਦਾ ਹੈ। ਤਪਸਾ ਬਨਿਓ ਹਮਾਰੋ ਰਾਜ। ਸਾਡਾ ਰਾਜ ਤਾਂ ਤਪੱਸਿਆ ਹੀ ਹੈ। ਸਾਡਾ ਰਾਜ ਤਾਂ ਪਰਮੇਸ਼ਰ ਦੀ ਭਗਤੀ ਹੈ। ਸਾਨੂੰ ਇਹ ਦੁਨਿਆਵੀ ਰਾਜ ਦੀ ਲੋੜ ਨਹੀਂ ਹੈ। ਸਾਨੂੰ ਅਬਚਲ ਰਾਜ ਮਹਾਰਾਜ ਅਕਾਲ ਪੁਰਖ ਨੇ ਬਖਸ਼ਿਆ, ਪਰਮੇਸ਼ਰ ਨੇ ਬਖਸ਼ਿਆ ਹੈ। ਤੁਮ ਹੀ ਰੱਖੋ ਸੈਨ ਸਮਾਜ। ਇਹ ਫੌਜਾਂ, ਇਹ ਲਾਓ ਲਸ਼ਕਰ, ਹਾਥੀ ਘੋੜੇ ਤੁਹਾਨੂੰ ਹੀ ਸੋਭਦੇ ਹਨ। ਇਹ ਸੁਰ ਤੁਮਰੋ ਐਸੋ ਭਇਓ। ਹੇ ਰਾਜਾ, ਇਹ ਤੇਰਾ ਪੁੱਤਰ ਇਹੋ ਜਿਹਾ ਸੂਰਬੀਰ ਹੋਵੇਗਾ, ਬਿਰਧ ਹੈ ਸਕਲ ਜਗਤ ਜਸ ਲਹਿਓ। ਇਹਦਾ ਸਾਰੇ ਪਾਸੇ ਡੰਕਾ ਵੱਜੇਗਾ। ਇਹਦੇ ਤੋਂ ਸਭ ਦੁਨੀਆ ਤਰਾਏ ਤਰਾਏ ਕਰੇਗੀ। ਸਭ ਇਹਦਾ ਭੈ ਮੰਨਿਆ ਕਰਨਗੇ। ਇਹ ਜਸ ਖੱਟੇਗਾ। ਇਹਦੇ ਸਾਹਮਣੇ ਕੋਈ ਕੁਸਕ ਨਹੀਂ ਸਕੇਗਾ, ਕੋਈ ਬੋਲ ਨਹੀਂ ਸਕੇਗਾ। ਜਗਤ ਬਿਖੈ ਇਸਕੇ ਸੰਭੂਪ। ਜਗਤ ਵਿੱਚ ਇਹਦੇ ਬਰਾਬਰ ਦਾ ਰਾਜਾ ਨਹੀਂ ਕੋਈ ਹੋਵੇਗਾ। ਇਹਦੇ ਰਾਜ ਵਿੱਚ ਨਹੀਂ ਹੋਏ ਹੈ ਮਹਿਦ ਅਨੂਪ। ਇਹਦੇ ਤੋਂ ਵੱਡਾ ਕੋਈ ਬਲੀ ਨਹੀਂ ਹੋਵੇਗਾ। ਸਭ ਰਾਜਨ ਕੇ ਰਾਜਾ ਹੋਏ। ਇਹ ਸਾਰਿਆਂ ਰਾਜਿਆਂ ਦਾ ਰਾਜਾ ਬਣੇਗਾ। ਜਾਂ ਕੀ ਸੰਸਰ ਕਰੈ ਨ ਕੋਏ। ਇਹਦੀ ਕੋਈ ਬਰਾਬਰੀ ਨਹੀਂ ਕਰ ਸਕੇਗਾ। ਦੇਖੋ ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੇ ਵਰਾਂ 'ਚ ਕਿੰਨੀ ਸ਼ਕਤੀ ਹੁੰਦੀ ਹੈ। 17 ਵਾਰ ਭਗਵਾਨ ਕ੍ਰਿਸ਼ਨ ਜੀ ਨੂੰ ਮੈਦਾਨੇ ਜੰਗ 'ਚ ਭਜਾਇਆ। ਕਈ ਵਾਰੀ ਉਹ ਹਾਰ ਜਾਂਦਾ ਸੀ ਜਰਾਸੰਧ, ਕਈ ਵਾਰੀ ਕ੍ਰਿਸ਼ਨ ਜੀ ਹਾਰ ਜਾਂਦੇ ਸੀ। ਐਡਾ ਉਹ ਬਲੀ ਸੀਗਾ ਜਿਹੜਾ ਕ੍ਰਿਸ਼ਨ ਜੀ ਮਹਾਰਾਜ ਨਾਲ ਯੁੱਧ ਕਰਦਾ ਰਿਹਾ ਮੌਕੇ ਦੇ ਅਵਤਾਰਾਂ ਨਾਲ। ਤੋ ਛੋਟੀ ਮੋਟੀ ਤਾਕਤ ਨਹੀਂ ਸੀ ਜਰਾਸੰਧ। ਹਾਂਜੀ, ਸੁਰ ਅਸਰਨ ਕੋ ਜੀਤਾ ਜੁੱਧ। ਕਹਿੰਦੇ ਜਿਹੜਾ ਹੈ ਤੇਰਾ ਪੁੱਤਰ ਜਰਾਸੰਧ ਦੇਵਤਿਆਂ ਨੂੰ ਵੀ ਹਰਾ ਦਿਆ ਕਰੇਗਾ ਤੇ ਦੈਂਤਾਂ ਨੂੰ ਵੀ ਹਰਾ ਦਿਆ ਕਰੇਗਾ। ਕਰੈ ਪ੍ਰਜਾ ਕੀ ਰੱਛਾ ਸੁਧ। ਆਪਣੇ ਦੇਸ਼ ਦੀ ਪ੍ਰਜਾ ਦੀ ਰਾਖੀ ਕਰੇਗਾ, ਆਪਣੇ ਦੀ ਖਬਰਸਾਰ ਰੱਖੇਗਾ, ਦੁਸ਼ਮਣਾਂ ਨਾਲ ਯੁੱਧ ਕਰੇਗਾ। ਜੋ ਨਰਿੰਦ ਇਸ ਪਰ ਚੜ ਆਵੈ। ਹੇ ਰਾਜਾ ਬਿਰਧਰਥ, ਤੇਰੇ ਪੁੱਤਰ ਤੇ ਜਿਹੜਾ ਵੀ ਰਾਜਾ ਹਮਲਾ ਕਰਕੇ ਆਵੇਗਾ, ਭੁਜ ਬਲ ਤੇ ਤੇ ਹਤੈ ਪੱਲਾਵੈ। ਆਪਣੇ ਬਾਹੂ ਬਲ ਨਾਲ ਉਹਨੂੰ ਮਾਰ ਕੇ ਮੈਦਾਨੇ ਜੰਗ ਚੋਂ ਭਜਾ ਦੇਵੇਗਾ। ਨ੍ਰਿਪ ਤਪਸੀ ਤੇ ਸੁਨ ਕਰ ਗਾਥਾ। ਉਸ ਤਪਸਵੀ ਚੰਦਰਕ ਮੁਨੀ ਦੀ ਇਹ ਗੱਲ ਸੁਣ ਕੇ, ਸੋਤ ਗੁਣ ਤੇ ਵਿਸਾਲ ਸੁਖ ਸਾਥਾ। ਆਪਣੇ ਪੁੱਤਰ ਦੇ ਗੁਣ ਸੁਣ
ਕੇ। ਰਾਜ ਤਿਲਕ ਅਬ ਖੇਕਨ ਕੀਨਾ। ਰਾਜੇ ਬਿਰਧਰਥ ਨੇ ਜਰਾਸੰਧ ਦੇ ਮੱਥੇ ਤੇ ਰਾਜ ਦਾ ਤਿਲਕ ਲਵਾਤਾ ਵੀ ਮੇਰੇ ਤੋਂ ਬਾਅਦ ਇਹ ਰਾਜਾ ਬਣੇਗਾ। ਆਪਣੀ ਜਗ੍ਹਾ ਤੇ ਯੁਵਰਾਜ ਥਾਪ ਦਿੱਤਾ ਆਪ ਪੰਥ ਕਾਨਨ ਕੋ ਲੀਨਾ। ਤੇ ਫਿਰ ਰਾਜ ਦੇ ਕੇ ਨਾ ਤੇ ਆਪ ਉਸ ਵੇਲੇ ਰਾਜੇ ਜੰਗਲਾਂ ਨੂੰ ਚਲੇ ਜਾਂਦੇ ਸੀ। ਅੱਜ ਕੱਲ੍ਹ ਵਰਗੇ ਰਾਜੇ ਨਹੀਂ ਵੀ ਕੁਰਸੀ ਤੇ ਮਰ ਕੇ ਵੀ ਨਹੀਂ ਕੁਰਸੀ ਛੱਡਦੇ। ਉਹ ਰਾਜੇ ਕਹਿੰਦੇ ਸੀ ਵੀ ਜਦੋਂ ਬੱਚਾ ਜਵਾਨ ਹੋ ਜਾਏ ਉਹਨੂੰ ਰਾਜ ਦਿਓ ਤੇ ਆਪ ਆਪਣੇ ਪਰਮੇਸ਼ਰ ਦੀ ਭਗਤੀ ਕਰਨ ਲਈ ਮੁਕਤੀ ਵਾਸਤੇ ਜੰਗਲਾਂ ਨੂੰ ਚਲੇ ਜਾਂਦੇ ਸੀ। ਇਹ ਪੁਰਾਤਨ ਸਾਰੇ ਰਾਜਿਆਂ ਦਾ ਇਤਿਹਾਸ ਇੱਦਾਂ ਦਾ ਸੀ। ਸੋ ਰਾਜੇ ਧਰਮੀ ਸਨ। ਰਾਜਾ ਬਿਰਧਰਥ ਨੇ ਰਾਜ ਆਪਣੇ ਪੁੱਤਰ ਨੂੰ ਦੇਤਾ। ਆਪਣੀਆਂ ਰਾਣੀਆਂ ਨੂੰ ਲੈ ਕੇ ਜੰਗਲ 'ਚ ਤਪ ਕਰਨ ਚਲਾ ਗਿਆ। ਸੁਤ ਕੋ ਕਹਿ ਸਿੱਖਿਆ ਦੇ ਘਨੀ। ਆਪਣੇ ਪੁੱਤਰ ਨੂੰ ਸਿੱਖਿਆ ਦਿੱਤੀ, ਰਾਜਨੀਤੀ ਸਮਝਾਈ ਹੈ ਸਾਰੀ। ਜੋਗਦਾਰਾ ਲੈ ਕਰ ਭਾਮਨੀ। ਤੇ ਰਾਜਨੀਤੀ, ਧਰਮ ਨੀਤੀ, ਅਰਥ ਨੀਤੀ, ਯੁੱਧ ਨੀਤੀ, ਰਣਨੀਤੀ ਸਾਰੀਆਂ ਚੀਜ਼ਾਂ ਸਮਝਾ ਕੇ ਰਾਜਨੀਤੀ ਦੇ ਸਾਰੇ ਪੱਖ ਦੱਸ ਕੇ ਉਹਨੂੰ ਚੰਗੇ ਮਾਰਗ ਤੇ ਚੱਲਣ ਦਾ ਉਪਦੇਸ਼ ਦੇ ਕੇ ਰਾਜਾ ਬਿਰਧਰਥ ਆਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਬਨ ਮੈਂ ਗਮਨਿਓ ਤਪਸੀ ਸੰਗ। ਚੰਦਰਕ ਮੁਨੀ ਦੇ ਨਾਲ ਹੀ ਤਪ ਕਰਨ ਚਲਾ ਗਿਆ। ਕਹਿਣ ਲੱਗਾ ਗੁਰੂ ਜੀ ਮੈਨੂੰ ਨਾਲ ਲੈ ਚੱਲੋ, ਮੇਰਾ ਪੁੱਤਰ ਹੁਣ ਆਪੇ ਰਾਜ ਭਾਗ ਸੰਭਾਲ ਲੇਗਾ। ਮੈਂ ਤੁਹਾਡੀ ਸੰਗਤ ਕਰਕੇ ਆਪਣਾ ਆਤਮਾ ਦਾ ਕਲਿਆਣ ਕਰ ਲਵਾਂ, ਮੁਕਤੀ ਪ੍ਰਾਪਤ ਕਰ ਲਵਾਂ। ਕੀਨਸ ਤਪ ਬਨ ਸੈਲਿਓ ਤੰਗ। ਉੱਚੇ ਪਹਾੜਾਂ ਦੇ ਵਿੱਚ ਜਾ ਕੇ ਚੰਦਰਕ ਮੁਨੀ ਦੀ ਸੇਵਾ ਵੀ ਕੀਤੀ ਤੇ ਉਹਨਾਂ ਤੋਂ ਗਿਆਨ ਵੀ ਲਿਆ। ਜੋਗ ਆਦਿਕ ਤਪ ਸਾਧਨਾ ਸਿੱਖੀ ਹੈ। ਜਰਾਸੰਧ ਨਿਰਪਿਤ ਕੇ ਪਾਛੇ। ਤੇ ਜਰਾਸੰਧ ਨੇ ਆਪਣੇ ਪਿਤਾ ਬਿਰਧਰਥ ਤੋਂ ਬਾਅਦ ਰਾਜ ਭਾਗ ਚੰਗੀ ਤਰ੍ਹਾਂ ਸੰਭਾਲਿਆ। ਚਤਰੰਗਨ ਕਰ ਤੁਜਨੀ ਆਚੇ। ਚਤਰੰਗਨੀ ਫੌਜ 4 ਪ੍ਰਕਾਰ ਦੀ, ਹਾਥੀਆਂ ਵਾਲੀ, ਘੋੜਿਆਂ ਵਾਲੀ, ਰੱਥਾਂ ਵਾਲੀ ਤੇ ਪੈਦਲ ਫੌਜ ਤਿਆਰ ਕੀਤੀ। ਜੋ ਨਿਰਪਤਿਸ ਕੀ ਆਗਿਆ ਮੋਰੈ। ਜਿਹੜਾ ਕੋਈ ਰਾਜਾ ਉਹਦੀ ਆਗਿਆ ਨਹੀਂ ਸੀ ਮੰਨਦਾ ਉਹਦੇ ਸਾਹਮਣੇ ਮਾੜਾ ਜਿਹਾ ਵੀ ਕੁਸਕਦਾ ਸੀ। ਸੰਘਰ ਕਰ ਰਿਪ ਕੋ ਸਿਰ ਫੋਰੈ। ਯੁੱਧ ਕਰਕੇ ਉਹਦਾ ਸਿਰ ਭੰਨ ਦਿੰਦਾ ਸੀ। ਕਿਸ ਕੋ ਕਾਰਾ ਗਿਹ ਮੈਂ ਡਾਰੈ। ਕਿਸੇ ਰਾਜੇ ਨੂੰ ਫੜ ਕੇ ਜੇਲ੍ਹ 'ਚ ਸੁੱਟ ਦਿੰਦਾ ਸੀ। ਕਿਸੈ ਨਿਕਾਸੈ ਛੀਨਹਿ ਸਾਰੇ। ਸਾਧ ਸੰਗਤ ਜੀ 20,000 ਤੋਂ 800 ਉੱਤੇ ਇਹ ਕਹਿੰਦੇ ਰਾਜੇ 21,000 ਦੇ ਨੇੜੇ ਪਹੁੰਚ ਗਏ ਸਨ। ਉਹਨੇ ਕੈਦ ਕੀਤੇ ਹੋਏ ਸਨ। ਜਿਸ ਦਿਨ 21,000 ਪੂਰੇ ਹੋਣੇ ਸਨ ਉਸ ਦਿਨ ਉਹਨੇ ਰਾਜਿਆਂ ਦੀ ਬਲੀ ਦੇਣੀ ਸੀ। ਸੋ ਇੱਦਾਂ ਉਹਨੇ ਰਾਜੇ ਫੜ ਫੜ ਕੇ ਜੇਲ੍ਹ 'ਚ ਸੁੱਟੇ। ਛੋਟੇ ਮੋਟੇ ਜ਼ਿਮੀਂਦਾਰ ਕੋਈ ਨਹੀਂ ਆਪਣੇ ਆਕੜਨ ਵਾਲਾ ਛੱਡਿਆ। ਭਲੀ ਪਾਂਤ ਨਿਜ ਰਾਜ ਵਧਾਵਾ। ਔਰ ਆਪਣਾ ਰਾਜ ਬਹੁਤ ਵਧਾ ਲਿਆ ਚੰਗੀ ਤਰ੍ਹਾਂ। ਸਭ ਪਰ ਆਪਣੋ ਹੁਕਮ ਟਿਕਾਵਾ। ਸਾਰਿਆਂ ਤੇ ਉਹਨੇ ਆਪਣਾ ਹੁਕਮ ਚਲਾਇਆ। ਸੋ ਜਰਾਸੰਧ ਦੀ ਕਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨੇ ਸਾਹਿਬ 'ਚ ਸੁਣਾ ਰਹੇ ਨੇ। ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਜਰਾਸੰਧ ਦੇ ਕੁਝ ਹੋਰ ਪ੍ਰਸੰਗ ਵੀ ਦੱਸਣਗੇ। ਇਹ ਦੱਸਣ ਤੋਂ ਪ੍ਰਯੋਜਨ ਇਹ ਹੈ ਵੀ ਇਹ ਜਿਹੜਾ ਰਾਜ ਹੈ ਮਗਧ ਦਾ, ਜਿਹੜਾ ਪਟਨਾ ਸਾਹਿਬ ਦੀ ਧਰਤੀ ਦਾ ਰਾਜ ਹੈ, ਇਹ ਰਾਜ ਕਿੰਨਾ ਪੁਰਾਣਾ ਹੈ, ਕਿਹੜੇ ਮਹਾਂਪੁਰਸ਼ ਨੇ, ਕਿਹੜੇ ਬਲੀ ਨੇ ਇਹਨੂੰ ਵਧਾਇਆ ਸੀ, ਕਿਵੇਂ ਬਣਿਆ ਸੀ। ਬਹੁਤ ਲੰਮੀ ਕਥਾ ਸੰਖੇਪ ਜਿਹੇ ਸ਼ਬਦਾਂ 'ਚ ਗੁਰੂ ਸਾਹਿਬ ਨੇ ਸੰਗਤ ਨੂੰ ਸੁਣਾ ਦਿੱਤੀ। ਉਹ ਆਪਾਂ ਸਰਵਣ ਕਰਕੇ ਨਿਹਾਲ ਹੋਵਾਂਗੇ। ਅਗਲੇ ਪ੍ਰਕਰਣਾਂ ਵਿੱਚ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।